सो गुड मॉर्निंग एवरीवन। मेरा नाम हरदीप सिंह आ। सो सिल्वर डायरैक्टर मैं इस टाइम पे वेस्टीज विच और बटाला तो बिलोंग करदा। बाय प्रोफैशन गल करिए तो मैं एक मैडिकल लाइन तो बिलोंग करदा। फार्मासिस्ट हाँ मैं। और पिछले 4-5 साल तो एज ए फार्मासिस्ट जॉब कर रहे हैं एक हॉस्पिटल ਦੇ ਵਿੱਚ। ਸੋ ਇੰਡੀਆ ਦੇ ਵਿੱਚ ਜਿੱਦਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਐਜੂਕੇਸ਼ਨ ਦੇ ਨਾਮ ਤੇ ਸਭ ਤੋਂ ਵੱਡਾ ਸ਼ੋਸ਼ਣ ਹੁੰਦਾ ਕਿ ਆਪਾਂ ਲੱਖਾਂ ਰੁਪਏ ਲਾ ਕੇ ਇੱਕ ਡਿਗਰੀ ਕਰਦੇ ਹਾਂ ਔਰ ਡਿਗਰੀ ਕਰਨ ਤੋਂ ਬਾਅਦ ਸਾਡੀ ਸੋਚ ਕਿੱਥੇ ਟਿਕੀ ਹੁੰਦੀ ਹੈ ਕਿ ਸਾਨੂੰ ਕੋਈ 5 10 15 ਹਜ਼ਾਰ ਦੀ ਕੋਈ ਜੌਬ ਮਿਲ ਜਾਵੇ ਔਰ ਆਪਾਂ ਸੈਟੀਸਫਾਈਡ ਆ। ਮਤਲਬ ਸਾਡੀ ਲਾਈਫ ਉੱਥੋਂ ਤੱਕ ਸੈਟਿੰਗ ਆ ਕਿ ਬਸ ਇੱਕ ਡਿਗਰੀ ਕਰਨ ਤੋਂ ਬਾਅਦ ਅਸੀਂ ਕੋਈ 5 7 10 ਹਜ਼ਾਰ ਦੀ ਨੌਕਰੀ ਲੈਣੀ ਹੈ। ਸੋ ਮੇਰਾ ਵੀ ਸੇਮ ਹੀ ਸੀਗਾ ਕਿ ਕਦੀ ਸੋਚਿਆ ਹੀ ਨਹੀਂ ਸੀਗਾ ਕਿ ਆਪਾਂ ਵੀ ਕਦੀ ਉਵੇਂ ਦੀ ਕੋਈ ਜੌਬ ਕਰ ਸਕਦੇ ਹਾਂ ਜਾਂ ਕੋਈ ਉਵੇਂ ਦਾ ਕੰਮ ਕਰ ਸਕਦੇ ਹਾਂ ਕਿ ਜਿਹਦੇ ਤੋਂ ਆਪਾਂ ਵੀ ਕੋਈ ਲੱਖ 2 ਲੱਖ 3 ਲੱਖ 4 ਲੱਖ 10 ਲੱਖ ਤੱਕ ਦੇ ਕਿਸੇ ਚੈੱਕ ਨੂੰ ਆਪਾਂ ਟੱਚ ਕਰ ਸਕਦੇ ਹਾਂ। ਸੋ ਆਫਟਰ ਵੈਸਟੀਜ ਦੇ ਵਿੱਚ ਆਉਣ ਤੋਂ ਬਾਅਦ ਆਪਾਂ ਨੂੰ ਇੱਕ ਉਹ ਕੌਨਫੀਡੈਂਸ ਪੈਦਾ ਹੋਇਆ ਅੰਦਰ, ਜਾਂ ਕਹਿ ਸਕਦੇ ਹਾਂ ਕਿ ਸਾਨੂੰ ਆਪਣੇ ਆਪ ਤੇ ਉਹਨਾਂ ਕੁ ਯਕੀਨ ਹੋਇਆ ਕਿ ਹਾਂ ਆਪਾਂ ਵੀ ਕਦੇ ਨਾ ਕਦੇ ਇਸ ਚੀਜ਼ ਨੂੰ ਟੱਚ ਕਰ ਸਕਦੇ ਹਾਂ ਜਾਂ ਅਸੀਂ ਵੀ ਕਿਸੇ ਵੱਡੀ ਇਨਕਮ ਨੂੰ ਟੱਚ ਕਰ ਸਕਦੇ ਹਾਂ। ਸੋ ਕਮੀ ਕੀ ਸੀਗੀ ਪਹਿਲਾਂ ਤੇ ਵੈਸੀ ਜੁਆਇਨ ਕਰਨ ਤੋਂ ਬਾਅਦ ਦੇ ਵਿੱਚ, ਉਹ ਸਿਰਫ ਇੱਕ ਸੈਲਫ ਕੌਨਫੀਡੈਂਸ ਦੀ ਕਮੀ ਸੀਗੀ ਕਿ ਪਹਿਲਾਂ ਸਾਡੇ ਦਿਮਾਗ ਇੱਕ ਬਸ ਭੇਡ ਚਾਲ ਬਣੀ ਪਈ ਸੀਗੀ ਕਿ ਆਪਾਂ ਡਿਗਰੀ ਕਰਨੀ ਔਰ ਡਿਗਰੀ ਕਰਨ ਤੋਂ ਬਾਅਦ ਕੀ ਹੈ 10-15 ਹਜ਼ਾਰ ਦੀ ਕੋਈ ਨੌਕਰੀ ਲੱਭਣੀ ਹੈ। ਬਟ ਆਫਟਰ ਵੈਸੇ ਸਾਨੂੰ ਇੱਕ ਆਤਮ ਵਿਸ਼ਵਾਸ ਪੈਦਾ ਹੋਇਆ, ਮਤਲਬ ਸਾਡੇ ਅੰਦਰ ਇੱਕ ਕਿ ਅਸੀਂ ਵੀ ਉਸ ਚੀਜ਼ ਨੂੰ ਟੱਚ ਕਰ ਸਕਦੇ ਹਾਂ ਜਾਂ ਆਪਾਂ ਵੀ ਉਸ ਲੈਵਲ ਤੱਕ ਦੀ ਕੋਈ ਜੌਬ ਨੂੰ ਜਾਂ ਕੋਈ ਇਵੇਂ ਦੇ ਕੰਮ ਨੂੰ ਕਰ ਸਕਦੇ ਹਾਂ ਕਿ ਜਿਹਦੇ ਤੋਂ ਅਸੀਂ ਵੀ ਲੱਖ 2 ਲੱਖ ਰੁਪਏ ਜਿਹੜਾ ਮੰਥਲੀ ਇਨਕਮ ਲੈ ਸਕਦੇ ਹਾਂ। ਸੋ ਗੱਲ ਕੀ ਸੀਗੀ, ਗੱਲ ਸਿਰਫ ਇੱਕ ਆਤਮ ਵਿਸ਼ਵਾਸ ਦੀ ਸੀਗੀ। ਮੈਂ ਅੱਜ ਵੀ ਉਹੀ ਪਰਸਨ ਆ ਜੋ ਉਦੋਂ ਸੀਗਾ, ਮਤਲਬ ਜੋ ਉਸ ਟਾਈਮ ਜੌਬ ਕਰ ਰਿਹਾ ਸੀਗਾ ਤਾਂ ਉਹੀ ਅੱਜ ਆ। ਸੇਮ ਬੰਦਾ ਵਾ, ਸੇਮ ਪੋਟੈਂਸ਼ੀਅਲ ਹੈ ਮੇਰੇ ਅੰਦਰ, ਬਸ ਫਰਕ ਇੱਕ ਆਤਮ ਵਿਸ਼ਵਾਸ ਦਾ ਸੀਗਾ। ਸੋ ਆਤਮ ਵਿਸ਼ਵਾਸ ਸਾਡੀ ਲਾਈਫ ਵਿੱਚ ਇੱਕ ਬਹੁਤ ਵੱਡਾ ਰੋਲ ਪਲੇ ਕਰਦਾ। ਸੋ ਅੱਜ ਦਾ ਸਾਡਾ ਜੋ ਟੌਪਿਕ ਆ ਉਹ ਵੀ ਇਸੇ ਚੀਜ਼ ਦੇ ਨਾਲ ਰਿਲੇਟਡ ਆ। ਸੋ ਸੈਲਫ ਕੌਨਫੀਡੈਂਸ ਜੋ ਅੱਜ ਦਾ ਸਾਡਾ ਟੌਪਿਕ ਆ, ਆਪਾਂ ਇਹਦੇ ਨਾਲ ਸਟਾਰਟ ਕਰਦੇ ਹਾਂ ਅੱਗੇ। ਸੋ ਸੈਲਫ ਕੌਨਫੀਡੈਂਸ, 2 ਵਰਡ ਨੇ। ਸੈਲਫ ਮੀਨ ਤੁਸੀਂ ਆਪਣਾ ਆਪ, ਤੁਹਾਡਾ, ਔਰ ਕੌਨਫੀਡੈਂਸ ਕੀ ਹੁੰਦਾ ਹੈ ਕਿ ਤੁਹਾਡਾ ਕਿਸੇ ਵੀ ਕੰਮ ਨੂੰ ਕਰਨ ਬਾਰੇ ਜਿਹੜੀ ਐਬਿਲਿਟੀ ਹੈ ਉਹਦੇ ਤੇ ਪੱਕਾ ਯਕੀਨ ਹੋਣਾ ਤੁਹਾਡਾ। That's called confidence. So self confidence. Next ਚੱਲਦੇ ਹਾਂ ਆਪਾਂ। Self confidence is the key to unlock your unlimited potential. ਕਿ ਤੁਹਾਡੇ ਅੰਦਰ ਦਾ ਇੱਕ ਅਨਲਿਮਿਟਡ ਜੋ ਪੋਟੈਂਸ਼ੀਅਲ ਆ, ਤੁਹਾਡੇ ਅੰਦਰ ਜੋ ਇੱਕ ਕਲਾਕਾਰ ਹੈ ਜਾਂ ਤੁਹਾਡੀ ਪਾਵਰ ਹੈ, ਜੋ ਉਹਨੂੰ ਖੋਲਣ ਵਾਸਤੇ ਇੱਕ ਚਾਬੀ ਹੈ ਤੁਹਾਡਾ ਆਤਮ ਵਿਸ਼ਵਾਸ। ਸੋ ਅਗਰ ਤੁਹਾਡਾ ਆਪਣੇ ਆਪ ਤੇ ਯਕੀਨ ਹੈਗਾ ਵਾ ਜਾਂ ਤੁਸੀਂ ਬਲੀਵ ਕਰਦੇ ਹੋ ਖੁਦ ਦੇ ਉੱਪਰ, ਤਾਂ ਤੁਸੀਂ ਲਾਈਫ ਦੇ ਵਿੱਚ ਕੁਛ ਵੀ ਕਰ ਸਕਦੇ ਹੋ। ਕੁਛ ਵੀ ਵੱਡਾ ਚੀਜ਼ ਜੋ ਵੀ ਤੁਸੀਂ ਸੋਚਦੇ ਹੋ ਦਿਮਾਗ ਦੇ ਵਿੱਚ ਜਾਂ ਕਰਨ ਬਾਰੇ ਸੋਚਿਆ ਹੋਇਆ ਤੁਸੀਂ ਆਲਰੇਡੀ, ਉਹਨੂੰ ਕਰ ਸਕਦੇ ਹੋ ਅਗਰ ਤੁਹਾਡਾ ਆਪਣੇ ਆਪ ਦੇ ਉੱਪਰ ਇੱਕ ਯਕੀਨ ਹੈਗਾ ਵਾ ਤਾਂ। ਸੋ ਨੈਕਸਟ ਚੱਲਦੇ ਹਾਂ ਆਪਾਂ। ਸੈਲਫ ਕੌਨਫੀਡੈਂਸ ਹੁੰਦਾ ਕੀ ਹੈ? ਸੋ ਸੈਲਫ ਕੌਨਫੀਡੈਂਸ ਇਜ਼ ਐਨ ਐਟੀਟਿਊਡ ਅਬਾਊਟ ਯੂਰ ਸਕਿੱਲਸ ਐਂਡ ਐਬਿਲਿਟੀਜ਼। ਕਿ ਤੁਹਾਡਾ ਆਪਣਾ ਹੀ ਇੱਕ ਰਵੱਈਆ ਵਾ ਤੁਹਾਡੇ ਹੁਨਰ ਔਰ ਤੁਹਾਡੀ ਯੋਗਤਾ ਨੂੰ ਲੈ ਕੇ। ਸੋ ਤੁਸੀਂ ਆਪਣੇ ਆਪ ਤੇ ਟਰਸਟ ਕਰਦੇ ਹੋ ਜਾਂ ਤੁਹਾਨੂੰ ਪਤਾ ਹੈ ਤੁਹਾਡੀ ਸਟਰੈਂਥ ਕੀ ਹੈ, ਤੁਹਾਡੀ ਵੀਕਨੈਸਿਸ ਕੀ ਹੈ, ਤੁਸੀਂ ਆਪਣੇ ਆਪ ਲਈ ਇੱਕ ਪੋਜ਼ਿਟਿਵ ਵਿਊ ਰੱਖਦੇ ਹੋ। ਸੋ ਇਹ ਸਭ ਤੁਹਾਡਾ ਇੱਕ ਸੈਲਫ ਕੌਨਫੀਡੈਂਸ ਆ। ਸੋ ਕਹਿੰਦੇ ਕਿ ਸੈਲਫ ਕੌਨਫੀਡੈਂਸ ਇੱਕ ਉਹ ਪਾਵਰ ਆ ਕਿ ਜਦੋਂ ਵੀ ਤੁਸੀਂ ਸੈਲਫ ਕੌਨਫੀਡੈਂਸ ਉਹ ਇੱਕ ਉਹ ਪਾਵਰ ਹੈ ਕਿ ਤੁਸੀਂ ਵੀ ਕਦੇ ਨਾ ਕਦੇ ਲਾਈਫ ਦੇ ਵਿੱਚ ਐਕਸਪੀਰੀਅੰਸ ਜ਼ਰੂਰ ਕਰਿਆ ਹੋਊਗਾ ਕਿ ਜਦੋਂ ਵੀ ਤੁਸੀਂ ਕਦੀ ਕਿਸੇ ਵੀ ਕੰਮ ਨੂੰ ਸ਼ੁਰੂ ਕਰਦੇ ਹੋ ਔਰ ਤੁਸੀਂ ਕੌਨਫੀਡੈਂਟ ਹੁੰਦੇ ਹੋ ਉਸ ਚੀਜ਼ ਨੂੰ ਲੈ ਕੇ ਕਿ ਤੁਸੀਂ ਇਹ ਕੰਮ ਕਰ ਲੈਣਾ, ਜਾਂ ਤੁਸੀਂ ਆਪਣੀ ਐਬਿਲਿਟੀਜ਼ ਤੇ ਪੂਰੀ ਤਰ੍ਹਾਂ ਯਕੀਨ ਕਰਕੇ ਕਿਸੇ ਵੀ ਕੰਮ ਨੂੰ ਸ਼ੁਰੂ ਕਰਦੇ ਹੋ ਤਾਂ ਉਹ ਕੰਮ ਦੇ ਸਕਸੈਸ ਹੋਣ ਦੇ ਬਹੁਤ ਸਾਰੇ ਚਾਂਸਸ ਵੱਧ ਜਾਂਦੇ ਆ। ਸੋ ਕਹਿ ਸਕਦੇ ਹਾਂ ਕਿ ਕੋਈ ਵੀ ਕੰਮ ਨੂੰ ਜਦੋਂ ਅਸੀਂ ਆਪਣੇ ਕੌਨਫੀਡੈਂਸ ਦੇ ਨਾਲ ਕਰਦੇ ਹਾਂ ਜਾਂ ਸੈਲਫ ਕੌਨਫੀਡੈਂਸ ਹੁੰਦਾ ਸਾਡਾ ਕਿਸੇ ਵੀ ਕੰਮ ਨੂੰ ਲੈ ਕੇ ਕਰਨ ਤੋਂ ਪਹਿਲਾਂ, ਤਾਂ ਅਸੀਂ ਉਸ ਕੰਮ ਨੂੰ ਪੂਰਾ ਕਰਕੇ ਹੀ ਹਟਦੇ ਹਾਂ। ਸੋ ਨੈਕਸਟ ਚੱਲਦੇ ਹਾਂ ਆਪਾਂ। ਇੱਕ ਛੋਟੀ ਜਿਹੀ ਮੈਂ ਸਟੋਰੀ ਸ਼ੇਅਰ ਕਰਨੀ ਚਾਹੂੰਗਾ ਤੁਹਾਨੂੰ ਸੈਲਫ ਕੌਨਫੀਡੈਂਸ ਨੂੰ ਲੈ ਕੇ ਕਿ ਇੱਕ ਵਾਰ ਕੀ ਹੁੰਦਾ ਕਿ ਇੱਕ ਬਿਜ਼ਨਸਮੈਨ ਹੁੰਦਾ ਜਿਹਦਾ ਸਾਰੇ ਦਾ ਸਾਰਾ ਕੰਮ ਜਿਹੜਾ ਵਾ ਕਹਿ ਸਕਦੇ ਹਾਂ ਕਿ ਠੱਪ ਹੋ ਰਿਹਾ ਹੁੰਦਾ। ਮਤਲਬ ਕਿਸੇ ਵੀ ਪਾਸੇ ਉਹ ਕੰਮ ਕਰਦਾ ਜਾਂ ਕਿਸੇ ਪਾਸੇ ਵੀ ਉਹ ਇਨਵੈਸਟ ਕਰਦਾ ਜਾਂ ਕੁਛ ਵੀ ਕਰਦਾ ਤਾਂ ਸਾਰਾ ਨੈਗੇਟਿਵ ਵੀ ਹੋ ਰਿਹਾ ਹੁੰਦਾ ਉਹਦੇ ਵਿੱਚ। ਸੋ ਉਹਦੀ ਕੰਪਨੀ ਜਿਹੜੀ ਉਹ ਦੀਵਾਲੀਆ ਹੋਣ ਤੇ ਆਈ ਹੁੰਦੀ ਆ, ਤਾਂ ਉਹ ਕੀ ਕਰਦਾ ਕਿ ਇੱਕ ਦਿਨ ਇੱਕ ਪਾਰਕ ਵਿੱਚ ਬੈਠਾ ਹੁੰਦਾ ਸਿਰ ਸੁੱਟ ਕੇ, ਔਰ ਸੋਚ ਰਿਹਾ ਹੁੰਦਾ ਕਿ ਮੈਂ ਕਿਸ ਤਰ੍ਹਾਂ ਆਪਣੀ ਕੰਪਨੀ ਨੂੰ ਬਚਾ ਸਕਦਾ ਜਾਂ ਐਸਾ ਕੀ ਕਰਾਂ ਕਿ ਮੇਰਾ ਕੰਮ ਦੁਬਾਰਾ ਜਿਹੜਾ ਸਹੀ ਹੋ ਜਾਵੇ।
ਸੋ ਉਹਦੇ ਲਾਗੇ ਇੱਕ ਬਜ਼ੁਰਗ ਆਉਂਦੇ ਆ, ਸੋ ਆ ਕੇ ਉਹਨੂੰ ਪੁੱਛਦੇ ਆ ਕਿ ਕੀ ਗੱਲ ਬੇਟਾ, ਬਹੁਤ ਪਰੇਸ਼ਾਨ ਲੱਗ ਰਹੇ ਹੋ ਤੁਸੀਂ। ਤਾਂ ਉਹ ਉਹਨਾਂ ਨੂੰ ਦੱਸਦਾ ਆਪਣੀ ਬਾਰੇ ਕਿ ਮੇਰਾ ਏਦਾਂ ਏਦਾਂ ਕੰਪਨੀ ਦੇ ਵਿੱਚ ਕੰਮ ਚੱਲ ਰਿਹਾ ਜਾਂ ਨੁਕਸਾਨ ਹੋ ਰਿਹਾ ਬਹੁਤ ਜ਼ਿਆਦਾ। ਸੋ ਉਹ ਬਜ਼ੁਰਗ ਜਿਹੜੇ ਹੁੰਦੇ ਆ ਤਾਂ ਉਹ ਕਹਿੰਦੇ ਕਿ ਮੈਂ ਤੁਹਾਡੀ ਹੈਲਪ ਕਰ ਸਕਦਾ। ਸੋ ਉਹ ਕੀ ਕਰਦੇ ਆ ਕਿ ਉਹ ਇੱਕ ਚੈੱਕ ਕੱਢਦੇ ਆ ਔਰ 5 ਕਰੋੜ ਅਮਾਊਂਟ ਭਰਦੇ ਆ ਉਹਦੇ ਵਿੱਚ, ਔਰ ਉਹ ਚੈੱਕ ਉਹਨੂੰ ਦੇ ਦਿੰਦੇ ਆ ਔਰ ਕਹਿੰਦੇ ਆ ਕਿ ਤੂੰ ਮੈਨੂੰ 1 ਸਾਲ ਬਾਅਦ ਇਹ ਚੈੱਕ ਮੈਨੂੰ ਵਾਪਿਸ ਦੇ ਸਕਦਾ। ਔਰ ਉਹ ਬੰਦਾ ਉਹਦੇ ਉੱਪਰ ਯਕੀਨ ਕਰ ਲੈਂਦਾ ਕਿਉਂਕਿ ਉਹਦੇ ਉੱਪਰ ਚੈੱਕ ਦੇ ਉੱਪਰ ਜਿਹੜੇ ਸਾਈਨ ਹੋ ਜਾਂਦੇ ਸੀ ਉਹ ਸੀਗੇ ਜੌਨ ਡੀ ਰੌਕਫੈਲਰ ਨਾਮ ਦਾ ਇੱਕ ਪਰਸਨ ਸੀਗਾ ਉਸ ਟਾਈਮ ਦਾ, ਉਹ ਇੱਕ ਬਹੁਤ ਰਿਚੈਸਟ ਪਰਸਨ ਕਹਿ ਸਕਦੇ ਆ ਸੀਗਾ। ਔਰ ਉਹ ਸੋਚਦਾ ਕਿ ਸ਼ਾਇਦ ਇਹ ਉਹੀ ਉਹ ਪਰਸਨ ਹੈ ਜਿਹੜਾ ਮੈਨੂੰ ਚੈੱਕ ਦੇ ਰਿਹਾ, ਔਰ ਉਹਦੇ ਕੋਲ 5 ਕਰੋੜ ਰੁਪਈਆ ਆ ਜਾਂਦਾ ਤਾਂ ਉਸ ਚੈੱਕ ਨੂੰ ਆਪਣੀ ਜੇਬ ਵਿੱਚ ਪਾਉਂਦਾ ਔਰ ਚਲਾ ਜਾਂਦਾ ਔਰ ਸੋਚਦਾ ਕਿ ਹੁਣ ਮੈਂ ਆਪਣੇ ਕੰਮ ਨੂੰ ਦੁਬਾਰਾ ਤੋਂ ਰੀਬਿਲਡ ਕਰ ਸਕਦਾ ਜਾਂ ਸਟਾਰਟ ਕਰ ਸਕਦਾ, ਮੇਰੇ ਕੋਲ ਪੈਸਾ ਹੈਗਾ, ਮੇਰੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈਗੀ, ਸੋ ਮੈਂ ਦੁਬਾਰਾ ਤੋਂ ਕੰਮ ਨੂੰ ਸ਼ੁਰੂ ਕਰ ਸਕਦਾ। ਸੋ ਪੂਰੀ ਮਿਹਨਤ ਦੇ ਨਾਲ ਦੁਬਾਰਾ ਫਿਰ ਤੋਂ ਆਪਣੀ ਕੰਪਨੀ ਵਿੱਚ ਕੰਮ ਸ਼ੁਰੂ ਕਰ ਦਿੰਦਾ, ਪੂਰੀ ਡੈਡੀਕੇਸ਼ਨ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦਾ ਔਰ ਕੁਛ ਹੀ ਟਾਈਮ ਦੇ ਵਿੱਚ। ਔਰ ਉਹ ਇੱਕ ਚੀਜ਼ ਦਿਮਾਗ ਵਿੱਚ ਰੱਖ ਲੈਂਦਾ ਕਿ ਜੋ ਮੇਰੇ ਕੋਲ 5 ਕਰੋੜ ਦਾ ਚੈੱਕ ਆ ਉਹ ਮੇਰਾ ਬੈਕਅਪ ਆ, ਮਤਲਬ ਕਿ ਮੈਨੂੰ ਅਗਰ ਇਨ ਫਿਊਚਰ ਜ਼ਰੂਰਤ ਪੈਂਦੀ ਆ ਤਾਂ ਮੇਰੇ ਕੋਲ ਪੈਸਾ ਹੈਗਾ ਪੇ ਕਰਨ ਵਾਸਤੇ, ਸੋ ਮੈਨੂੰ ਟੈਨਸ਼ਨ ਨਹੀਂ ਹੈ ਕਿਸੇ ਵੀ ਗੱਲ ਦੀ। ਸੋ ਉਹ ਚੈੱਕ ਨੂੰ ਉਸ ਟਾਈਮ ਤੇ ਰਿਡਰੀਮ ਨਹੀਂ ਕਰਦਾ ਔਰ ਸੋਚ ਲੈਂਦਾ ਕਿ ਜਦੋਂ ਵੀ ਮੈਨੂੰ ਲਾਈਫ ਦੇ ਵਿੱਚ ਇਹਦੀ ਜ਼ਰੂਰਤ ਬਹੁਤ ਜ਼ਿਆਦਾ ਪਊਗੀ ਤੇ ਮੈਂ ਉਦੋਂ ਇਸ ਚੈੱਕ ਨੂੰ ਰਿਡਰੀਮ ਕਰੂੰਗਾ। ਔਰ ਉਹਨਾਂ ਚਿਰ ਉਹ ਕੰਮ ਕਰਨਾ ਸ਼ੁਰੂ ਕਰ ਦਿੰਦਾ ਆਪਣੀ ਕੰਪਨੀ ਵਿੱਚ। ਤਾਂ ਕੁਛ ਹੀ ਮਹੀਨਿਆਂ ਦੇ ਵਿੱਚ ਹੁੰਦਾ ਕੀ ਹੈ ਕਿ ਉਹਦੀ ਕੰਪਨੀ ਦੁਬਾਰਾ ਤੋਂ ਜਿਹੜਾ ਵਾ ਬਹੁਤ ਵਧੀਆ ਮਾਹੌਲ ਬਣਨਾ ਸ਼ੁਰੂ ਹੋ ਜਾਂਦਾ ਵਾ। ਸੋ ਕੰਮ ਬਹੁਤ ਵਧੀਆ ਚੱਲਣਾ ਸ਼ੁਰੂ ਹੋ ਜਾਂਦਾ ਔਰ ਹੌਲੀ ਹੌਲੀ ਕਰਕੇ ਦੁਬਾਰਾ ਤੋਂ ਦੀ ਕੰਪਨੀ ਜਿਹੜੀਆਂ ਵਧੀਆ ਵਧੀਆ ਡੀਲਸ ਕਰਨੀਆਂ ਸ਼ੁਰੂ ਕਰ ਦਿੰਦੇ ਆ। ਸੋ ਇੱਕ ਸੈਟਲ ਕੰਪਨੀ ਬਣ ਜਾਂਦੀ ਆ ਫਿਰ ਕੁਛ ਹੀ ਮਹੀਨਿਆਂ ਦੇ ਵਿੱਚ। ਸੋ ਜਦੋਂ 1 ਸਾਲ ਦੇ ਤਕਰੀਬਨ 1 ਸਾਲ ਹੋ ਜਾਂਦਾ ਤਾਂ 1 ਸਾਲ ਬਾਅਦ ਦੁਬਾਰਾ ਫਿਰ ਜਾਂਦਾ ਵਾ ਉਸੇ ਪਾਰਕ ਦੇ ਵਿੱਚ ਉਸੇ ਬਜ਼ੁਰਗ ਨੂੰ ਉਹ ਚੈੱਕ ਵਾਪਸ ਕਰਨ ਵਾਸਤੇ। ਜਦੋਂ ਉਹ ਬਜ਼ੁਰਗ ਕੋਲੇ ਜਾਂਦਾ, ਜਾ ਕੇ ਉਹਨਾਂ ਨੂੰ ਉੱਥੇ ਮਿਲਦਾ ਔਰ ਜਾ ਕੇ ਉਹਨਾਂ ਨੂੰ ਦੱਸ ਰਿਹਾ ਹੁੰਦਾ ਕਿ ਕਿੱਦਾਂ ਮੇਰੀ ਕੰਪਨੀ ਦੁਬਾਰਾ ਜਿਹੜਾ ਕੰਮ ਸੈਟਲ ਹੋ ਗਿਆ ਜਾਂ ਕਿੱਦਾਂ ਮੈਂ ਦੁਬਾਰਾ ਉਹਨੂੰ ਸਹੀ ਕਰ ਲਿਆ ਸਾਰਾ ਕੁਛ। ਤੋ ਉਹ ਕਰਨ ਤੋਂ ਬਾਅਦ ਉਹਨੂੰ ਚੈੱਕ ਵਾਪਸ ਦੇਣ ਹੀ ਲੱਗਦਾ ਹਜੇ ਬਜ਼ੁਰਗ ਨੂੰ, ਤਾਂ ਉਧਰੋਂ ਇੱਕ ਨਰਸ ਆ ਜਾਂਦੀ ਆ ਕੇ ਤੇ ਉਹ ਬਜ਼ੁਰਗ ਨੂੰ ਫੜ ਲੈਂਦੀ ਹੈ ਔਰ ਬੋਲਦੀ ਹੈ ਕਿ ਸੌਰੀ ਇਹਨਾਂ ਤੁਹਾਨੂੰ ਤੰਗ ਤਾਂ ਨਹੀਂ ਕੀਤਾ, ਕਿ ਇਹ ਸਾਡੇ ਇੱਕ ਪੇਸ਼ੈਂਟ ਹੈ, ਸਾਈਕੋਲੋਜੀਕਲੀ ਪੇਸ਼ੈਂਟ ਨੇ ਸਾਈਕੋ ਦੇ। ਸੋ ਇਹ ਬਾਰ-ਬਾਰ ਉੱਥੋਂ ਹਸਪੀਟਲ ਤੋਂ ਬਾਹਰ ਆ ਕੇ ਇੱਥੇ ਪਾਰਕ ਵਿੱਚ ਬੈਠ ਜਾਂਦੇ ਆ। ਤਾਂ ਔਰ ਸਭ ਤੋਂ ਵੱਡੀ ਗੱਲ ਕੀ ਹੈ ਕਿ ਇਹ ਆਪਣੇ ਆਪ ਨੂੰ ਜੌਨ ਡੀ ਰੌਕਫੈਲਰ ਜੋ ਬੰਦੇ ਦੇ ਜਿਹਦੇ ਸਾਈਨ ਸੀਗੇ ਕਿ ਇੱਕ ਬਿਜ਼ਨਸਮੈਨ ਸੀਗਾ ਜੋ ਬਹੁਤ ਵੱਡਾ, ਕਿ ਇਹ ਬਜ਼ੁਰਗ ਜਿਹੜੇ ਨੇ ਸਾਈਕੋਲੋਜੀਕਲੀ ਡਿਸਟਰਬ ਨੇ ਔਰ ਇਹ ਆਪਣੇ ਆਪ ਨੂੰ ਜੌਨ ਡੀ ਰੌਕਫੈਲਰ ਬੋਲਦੇ ਨੇ ਕਿ ਮੈਂ ਉਹ ਹਾਂ, ਔਰ ਜੋ ਇਹ ਏਦਾਂ ਚੈੱਕ ਵੰਡਦੇ ਫਿਰਦੇ ਆ ਸਾਰਿਆਂ ਨੂੰ ਜੋ ਫੇਕ ਨੇ। ਸੋ ਉੱਥੋਂ ਬੰਦਾ ਉਹ ਕੀ ਸੋਚਦਾ ਵਾ ਕਿ ਮੈਂ ਇੱਕ ਬੈਕਅਪ ਵਾਸਤੇ ਸੋਚਿਆ ਪਿਆ ਸੀਗਾ ਕਿ ਜੋ ਮੇਰੇ ਕੋਲ ਇੱਕ ਚੈੱਕ ਸੀਗਾ ਉਹ ਤਾਂ ਸਿਰਫ ਇੱਕ ਕਾਗਜ਼ ਦਾ ਟੁਕੜਾ ਹੀ ਸੀਗਾ। ਸੋ ਹੋਇਆ ਕੀ ਸੀਗਾ ਕਿ ਜਿਸ ਚੀਜ਼ ਨੇ ਮੇਰਾ ਦੁਬਾਰਾ ਤੋਂ ਮੇਰਾ ਸਾਰਾ ਬਿਜ਼ਨਸ ਸੈੱਟ ਕਰ ਦਿੱਤਾ, ਤਾਂ ਉਹ ਸਿਰਫ ਸੀਗਾ ਕੌਨਫੀਡੈਂਸ, ਕਿ ਉਸ ਬੰਦੇ ਕੋਲ ਇੱਕ ਕੌਨਫੀਡੈਂਸ ਆਇਆ ਉਸ ਚੀਜ਼ ਤੋਂ ਕਿ ਚਲੋ ਕੋਈ ਗੱਲ ਨਹੀਂ, ਜੇਕਰ ਨਾ ਵੀ ਹੋਏਗਾ, ਮੇਰਾ ਫੇਲ ਵੀ ਹੋ ਜਾਊਗਾ ਤਾਂ ਮੇਰੇ ਕੋਲੇ 5 ਕਰੋੜ ਰੁਪਈਆ ਪਿਆ ਵਾ, ਸੋ ਮੈਂ ਸਾਰਿਆਂ ਨੂੰ ਦੇ ਦੂ ਕੇ ਮੈਂ ਆਪਣਾ ਫ੍ਰੀ ਕਰ ਸਕਦਾ ਵਾਂ। ਬਟ ਉਸ ਦੇ ਅੰਦਰ ਇੱਕ ਯਕੀਨ ਪੈਦਾ ਹੋਇਆ, ਸੋ ਸੈਲਫ ਕੌਨਫੀਡੈਂਸ ਪੈਦਾ ਹੋਇਆ ਔਰ ਸੈਲਫ ਕੌਨਫੀਡੈਂਸ ਦੇ ਨਾਲ ਹੀ ਉਹਨੇ ਆਪਣੀ ਕੰਪਨੀ ਨੂੰ ਦੁਬਾਰਾ ਰੀਬਿਲਡ ਕਰ ਦਿੱਤਾ। ਸੋ ਸੈਲਫ ਕੌਨਫੀਡੈਂਸ ਇੱਕ ਬਹੁਤ ਵੱਡੀ ਗੱਲ ਕਹਿ ਸਕਦੇ ਹਾਂ ਕਿ ਬਹੁਤ ਵੱਡੀ ਗੇਮ ਕਰਨੀ ਹੋਵੇ ਤਾਂ ਆਪਣੇ ਆਪ ਤੇ ਇੱਕ ਆਤਮ ਵਿਸ਼ਵਾਸ ਜਿਹੜਾ ਵਾ ਉਹ ਬਹੁਤ ਵੱਡੀ ਗੇਮ ਕਰਨ ਵਿੱਚ ਤੁਹਾਡੀ ਹੈਲਪ ਕਰ ਸਕਦਾ। ਸੋ ਨੈਕਸਟ ਚੱਲਦੇ ਹਾਂ ਆਪਾਂ, ਸੈਲਫ ਕੌਨਫੀਡੈਂਸ ਹੁੰਦਾ ਕਿੰਨੇ ਤਰ੍ਹਾਂ ਦਾ ਵਾ। ਸੋ 3 ਤਰ੍ਹਾਂ ਦਾ ਹੁੰਦਾ ਸੈਲਫ ਕੌਨਫੀਡੈਂਸ। ਸਭ ਤੋਂ ਪਹਿਲਾਂ ਆਉਂਦਾ ਲੋ ਕੌਨਫੀਡੈਂਸ, ਸੈਕਿੰਡ ਹੁੰਦਾ ਆਪਟੀਮਲ ਸੈਲਫ ਕੌਨਫੀਡੈਂਸ ਔਰ ਨੈਕਸਟ ਹੁੰਦਾ ਵਾ ਓਵਰ ਕੌਨਫੀਡੈਂਸ। ਸੋ ਸਭ ਤੋਂ ਪਹਿਲਾਂ ਸਰ ਸਲਾਈਡ ਅੱਗੇ ਪਿੱਛੇ ਹੋਣ ਲੱਗ ਗਈ, ਚਲੋ ਕਰਦਾ ਐਡਜਸਟ ਕਿਸੇ ਵੀ ਤਰ੍ਹਾਂ। ਸੋ ਸਭ ਤੋਂ ਪਹਿਲਾਂ ਆਉਂਦਾ ਲੋ ਕੌਨਫੀਡੈਂਸ। ਲੋ ਕੌਨਫੀਡੈਂਸ ਕੀ ਹੁੰਦਾ ਕਿ ਆਪਣੇ ਆਪ ਤੇ ਵਿਸ਼ਵਾਸ ਹੀ ਨਾ ਹੋਣਾ। ਤੁਹਾਡਾ ਜਿਹੜਾ ਕਹਿ ਸਕਦੇ ਕਿ ਤੁਸੀਂ ਲੋਕਾਂ ਦੇ ਬਿਹੇਵੀਅਰ ਦੇ ਹਿਸਾਬ ਨਾਲ ਚੱਲਣਾ ਸ਼ੁਰੂ ਕਰ ਦਿੰਦੇ ਹੋ। ਤੁਹਾਡੇ ਤੇ ਇਫੈਕਟ ਹੋਣਾ ਸ਼ੁਰੂ ਹੋ ਜਾਂਦਾ ਹੈ ਲੋਕਾਂ ਦੇ ਓਪੀਨੀਅਨ ਦਾ, ਕਿ ਲੋਕੀ ਤੁਹਾਡੇ ਬਾਰੇ ਕੀ ਬੋਲਦੇ ਹੋ। ਤੁਸੀਂ ਆਪਣੇ ਆਪ ਨੂੰ ਕੰਫਰਟ ਜ਼ੋਨ ਵਿੱਚ ਰੱਖਣਾ ਸ਼ੁਰੂ ਕਰ ਦਿੰਦੇ ਹੋ, ਮਤਲਬ ਕਿਸੇ ਵੀ ਛੋਟੇ ਤੋਂ ਛੋਟੇ ਕੰਮ ਕਰਨ ਤੋਂ ਵੀ ਡਰਦੇ ਹੋ ਕਿ ਜੇ ਮੈਂ ਏਦਾਂ ਕੀਤਾ ਤਾਂ ਉਹ ਹੋ ਜਾਊਗਾ, ਮੈਂ ਕਰ ਪਾਊਂਗਾ ਜਾਂ ਨਹੀਂ ਕਰ ਪਾਊਂਗਾ, ਮੈਂ ਫੇਲ ਹੋ ਗਿਆ ਤਾਂ ਫਿਰ ਕੀ ਹੋਊਗਾ। ਸੋ ਨਵੇਂ ਐਕਸਕਿਊਜ਼ਸ ਦੇਣੇ ਸ਼ੁਰੂ ਕਰ ਦਿੰਦੇ ਔਰ ਆਲਵੇਜ਼ ਕਨਫਿਊਜ਼ਡ ਰਹਿੰਦਾ ਬੰਦਾ ਜਦੋਂ ਇਸ ਚੀਜ਼ ਦੀ ਕਮੀ ਹੁੰਦੀ ਹੈ ਸਾਡੇ ਵਿੱਚ। ਸੋ ਨੈਕਸਟ ਚੱਲਦੇ ਹਾਂ ਆਪਟੀਮਲ ਕੌਨਫੀਡੈਂਸ। ਆਪਟੀਮਲ ਕੌਨਫੀਡੈਂਸ ਕੀ ਹੁੰਦਾ ਕਿ ਤੁਹਾਨੂੰ ਆਪਣੇ ਉੱਪਰ ਪੂਰੀ ਤਰ੍ਹਾਂ ਯਕੀਨ ਹੋ ਜਾਂਦਾ ਵਾ, ਤੁਸੀਂ ਆਪਣੇ ਆਪ ਤੇ ਪੂਰੀ ਤਰ੍ਹਾਂ ਵਿਸ਼ਵਾਸ ਕਰਦੇ ਹੋ, ਆਪਣੇ ਫੈਸਲੇ ਜਿਹੜੇ ਉਹ
ਆਪਣੇ ਆਪ ਲੈਣਾ ਸ਼ੁਰੂ ਕਰ ਦਿੰਦੇ ਹੋ, ਮਤਲਬ ਆਪਣੇ ਪੂਰੇ ਵਿਸ਼ਵਾਸ ਦੇ ਨਾਲ ਕੋਈ ਵੀ ਫੈਸਲਾ ਕਰ ਸਕਦੇ ਹੋ, ਤੁਹਾਨੂੰ ਕਿਸੇ ਦੇ ਵੀ ਓਪੀਨੀਅਨ ਲੈਣ ਦੀ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ, ਉਹ ਕਰਨਾ ਸ਼ੁਰੂ ਕਰ ਦਿੰਦੇ ਹੋ ਜੋ ਤੁਹਾਡਾ ਦਿਲ ਕਰਦਾ। ਜਿੱਦਾਂ ਮੰਨ ਲਓ ਕਹਿ ਸਕਦੇ ਹਾਂ ਕਿ ਸਾਡੇ ਬਿਜ਼ਨਸ ਦੀ ਗੱਲ ਕਰੀਏ ਤਾਂ 50-50 ਕਹਿ ਸਕਦੇ ਹਾਂ ਕਿ ਇਹਦੇ ਵਿੱਚ ਨੈਗੇਟਿਵ ਪੋਜ਼ਿਟਿਵ ਆ। ਸੋ ਲੋਕਾਂ ਦਾ ਓਪੀਨੀਅਨ ਹੁੰਦਾ ਕਦੇ ਕਦੇ ਕਿ ਕਿਹੜੇ ਚੱਕਰਾਂ 'ਚ ਪੈ ਗਏ ਹੋ ਤੁਸੀਂ, ਕਿਹੜੇ ਕੰਮ ਕਰਨ ਲੱਗ ਗਏ ਹੋ ਤੁਸੀਂ, ਇਹ ਅਸੀਂ ਕਰ ਕਰਕੇ ਛੱਡਿਆ, ਇਹ ਕਰਿਆ, ਉਹ ਕਰਿਆ, ਏਦਾਂ ਕਰਿਆ। ਪਰ ਜਦੋਂ ਸਾਡਾ ਆਪਣੇ ਆਪ ਤੇ ਯਕੀਨ ਹੁੰਦਾ ਤਾਂ ਸਾਨੂੰ ਪਤਾ ਹੈ ਕਿ ਅਸੀਂ ਕਿਸ ਤਿਜੋਰੀ ਉੱਪਰ ਬੈਠੇ ਹਾਂ ਔਰ ਆਉਣ ਵਾਲੇ ਟਾਈਮ ਵਿੱਚ ਅਸੀਂ ਕਿਸ ਚੀਜ਼ ਨੂੰ ਟੱਚ ਕਰ ਸਕਦੇ ਹਾਂ ਜਾਂ ਕਿਸ ਇਨਕਮ ਨੂੰ ਟੱਚ ਕਰ ਸਕਦੇ ਹਾਂ। ਸੋ ਸੈਲਫ ਕੌਨਫੀਡੈਂਸ ਆ ਉਹ ਸਾਡਾ। ਸੋ ਜਦੋਂ ਅਸੀਂ ਸੈਲਫ ਕੌਨਫੀਡੈਂਸ ਆਪਟੀਮਲ ਕੌਨਫੀਡੈਂਸ ਵਿੱਚ ਹੁੰਦੇ ਹਾਂ ਤਾਂ ਆਪਣੇ ਆਪ ਤੇ ਡਾਊਟਸ ਜਿਹੜੇ ਆ ਉਹ ਸਾਡੇ ਵਿਸ਼ਵਾਸ ਵਿੱਚ ਚੇਂਜ ਹੋ ਜਾਂਦੇ ਨੇ, ਮਤਲਬ ਜਿਹੜੇ ਜਿਹੜੇ ਡਾਊਟਸ ਹੁੰਦੇ ਨੇ ਸਾਡੇ ਉਹ ਅਸੀਂ ਵਿਸ਼ਵਾਸ ਦੇ ਵਿੱਚ ਚੇਂਜ ਕਰ ਲੈਂਦੇ ਹਾਂ ਉਹਨਾਂ ਨੂੰ। ਸੋ ਨਵੀਆਂ ਨਵੀਆਂ ਚੀਜ਼ਾਂ ਕਰਨ ਦੀ ਐਬਿਲਿਟੀਜ਼ ਪੈਦਾ ਕਰਦੇ ਹਾਂ ਅਸੀਂ ਆਪਣੇ ਅੰਦਰ, ਜਾਂ ਉਹ ਚੀਜ਼ਾਂ ਕਰਨ ਦੀ ਹਿੰਮਤ ਕਰਨੀ ਸ਼ੁਰੂ ਕਰ ਦਿੰਦੇ ਹਾਂ ਜੋ ਅਸੀਂ ਪਾਸਟ ਵਿੱਚ ਸੋਚਦੇ ਹੁੰਦੇ ਸੀ ਪਰ ਕਦੇ ਕਰੀ ਨਹੀਂ ਜਾਂਦੀਆਂ ਸੀਗੀਆਂ ਉਸ ਟਾਈਮ ਤੇ, ਜਾਂ ਸਾਨੂੰ ਲੱਗਦਾ ਸੀ ਉਸ ਟਾਈਮ ਤੇ ਕਿ ਅਸੀਂ ਕਦੀ ਕਰ ਨਹੀਂ ਸਕਦੇ। ਪਰ ਜਦੋਂ ਆਪਣੇ ਆਪ ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦੇ ਹਾਂ ਤਾਂ ਸਾਨੂੰ ਉਹ ਚੀਜ਼ਾਂ ਜਿਹੜੀਆਂ ਕਰਨੀਆਂ ਬਹੁਤ ਸੌਖੀਆਂ ਲੱਗਦੀਆਂ ਨੇ। ਜਿੱਦਾਂ ਕਿ ਮੈਂ ਐਗਜ਼ਾਮਪਲ ਦਿੰਦਾ ਹੁੰਦਾ, ਮਨਦੀਪ ਸਿੰਘ ਜੀ ਆਪਣੇ ਡਾਇਮੰਡ ਡਾਇਰੈਕਟਰ ਬਟਾਲਾ ਤੋਂ। ਸੋ ਮਨਦੀਪ ਹਮੇਸ਼ਾ ਜਦੋਂ ਵੀ ਆਪਾਂ ਕਦੀ ਗਏ ਹੁੰਦੇ ਆ ਫੀਲਡ ਵਿੱਚ ਜਾਂ ਕੁਛ ਵੀ, ਤਾਂ ਉਹ ਇੱਕ ਗੱਲ ਕਰਦੇ ਹੁੰਦੇ ਆ ਕਿ ਜਦੋਂ ਮੈਂ ਸਟੋਰ ਕਰਦਾ ਹੁੰਦਾ ਸੀਗਾ ਤਾਂ ਉਦੋਂ ਮੈਂ ਸੋਚਦਾ ਹੁੰਦਾ ਸੀ ਕਿ ਯਾਰ ਇੱਕ ਸੈਕਿੰਡ ਹੈਂਡ ਆਲਟੋ ਮਿਲ ਜਾਵੇ ਨਾ ਕਿਤੋਂ ਤਾਂ ਬਹੁਤ ਵਧੀਆ, ਮਤਲਬ ਕਿ ਕੋਈ 1.5 ਲੱਖ ਰੁਪਏ ਦੀ ਗੱਡੀ ਮਿਲ ਜਾਵੇ, ਸਾਫ਼ ਮਿਲ ਜਾਵੇ ਤਾਂ ਅਸੀਂ ਉਹ ਲੈ ਲਈਏ। ਔਰ ਅੱਜ ਕੱਲ ਜੇਕਰ ਗੱਲ ਕਰੀਏ ਤਾਂ ਉਹਨਾਂ ਦੇ ਵਿਊ ਬਿਲਕੁਲ ਚੇਂਜ ਹੋਏ ਹੋਏ ਨੇ ਕਿ ਅੱਜ ਗੱਲ ਕਰੀਏ ਤਾਂ ਉਹ ਸੋਚਦੇ ਹੁੰਦੇ ਕਿ ਕੀਆ ਸੋਨਟ ਲੈ ਲਈਏ ਯਾਰ, ਹੁਣ ਹੈਕਟਰ ਦੀ ਪਲਾਨਿੰਗ ਚੱਲ ਰਹੀ ਹੈ ਕਿ ਆਉਣ ਵਾਲੇ ਸਾਲ ਦੇ ਵਿੱਚ ਹੈਕਟਰ ਲੈ ਲਈਏ। ਸੋ ਫਰਕ ਕੀ ਪਿਆ ਵਾ ਉਦੋਂ ਵਾਲੇ ਮਨਦੀਪ ਵਿੱਚ ਔਰ ਹੁਣ ਵਾਲੇ ਮਨਦੀਪ ਵਿੱਚ? ਉਹ ਸਿਰਫ ਇੱਕ ਸੈਲਫ ਕੌਨਫੀਡੈਂਸ ਦਾ ਹੀ ਹੈ ਕਿ ਇੱਕ ਆਤਮ ਵਿਸ਼ਵਾਸ ਹੈ ਹੁਣ ਖੁਦ ਉੱਪਰ ਕਿ ਅਸੀਂ ਇਹ ਕਰ ਲੈਣਾ ਬੜੇ ਆਰਾਮ ਦੇ ਨਾਲ। ਸੋ ਜਦੋਂ ਤੁਸੀਂ ਕੌਨਫੀਡੈਂਟ ਹੁੰਦੇ ਹੋ ਤਾਂ ਲੋਕਾਂ ਦੀਆਂ ਗੱਲਾਂ ਦਾ ਅਸਰ ਜਿਹੜਾ ਤੁਹਾਡੇ ਉੱਤੇ ਹੋਣਾ ਸ਼ੁਰੂ ਖਤਮ ਹੋ ਜਾਂਦਾ ਵਾ, ਲੋਕਾਂ ਦੇ ਓਪੀਨੀਅਨ ਦੇ ਹਿਸਾਬ ਨਾਲ ਨਹੀਂ ਚੱਲਦੇ। ਸੋ ਨੈਕਸਟ ਆਉਂਦਾ ਵਾ ਓਵਰ ਕੌਨਫੀਡੈਂਸ। ਓਵਰ ਕੌਨਫੀਡੈਂਸ ਕੀ ਹੁੰਦਾ ਵਾ? ਓਵਰ ਕੌਨਫੀਡੈਂਸ ਹੈ ਕਿ ਤੁਸੀਂ ਹਵਾ ਦੇ ਵਿੱਚ ਹੀ ਗੱਲਾਂ ਕਰੀ ਜਾਂਦੇ ਹੋ। ਕੋਈ ਵੀ ਗੱਲ ਹੈ ਕਿ ਮੈਂ ਹੀ ਕਰ ਸਕਦਾ ਵਾਂ, ਮੈਂ ਹੀ ਇਹ ਕੰਮ ਕਰ ਸਕਦਾ, ਮੇਰੇ ਤੋਂ ਇਲਾਵਾ ਇਹ ਬੰਦਾ ਕੁਝ ਕਰ ਨਹੀਂ ਸਕਦਾ, ਜਾਂ ਆਪਣੀ ਐਬਿਲਿਟੀ ਤੋਂ ਬਾਹਰ ਵਾਲੀਆਂ ਗੱਲਾਂ ਕਰੀ ਜਾਣੀਆਂ। ਜਿਵੇਂ ਐਗਜ਼ਾਮਪਲ ਲੈ ਲਈਏ ਕਿ ਮੈਂ ਬੋਲਾਂ ਕਿ ਮੈਂ ਬਿਨਾਂ ਸਿੱਖੇ ਤੋਂ ਹੀ ਜਹਾਜ਼ ਚਲਾ ਸਕਦਾ, ਜਾਂ ਮੈਂ ਬਿਨਾਂ ਸਿੱਖੇ ਤੋਂ ਕਾਰ ਚਲਾ ਸਕਦਾ, ਮੈਂ ਸਵਿਮਿੰਗ ਕਰ ਸਕਦਾ ਕਿਸੇ ਸਮੁੰਦਰ ਦੇ ਵਿੱਚ ਬਿਨਾਂ ਸਿੱਖੇ ਤੋਂ। ਸੋ ਆਪਣੇ ਬਿਜ਼ਨਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜਿੱਦਾਂ ਮੇਰੇ ਤੋਂ ਬੈਸਟ ਕੋਈ ਪਲਾਨ ਨਹੀਂ ਕਰ ਸਕਦਾ, ਮੈਂ ਬਿਨਾਂ ਸਿੱਖੇ ਪਲਾਨ ਕਰ ਸਕਦਾ, ਬਿਨਾਂ ਟੂਲਸ ਤੋਂ ਪਲਾਨ ਕਰ ਸਕਦਾ, ਜਾਂ ਮੈਨੂੰ ਸਿੱਖਣ ਦੀ ਜ਼ਰੂਰਤ ਨਹੀਂ ਆ, ਮੈਨੂੰ ਆਲਰੇਡੀ ਸਭ ਕੁਝ ਪਤਾ ਹੈ। ਇਹ ਸਭ ਕੁਝ ਕੀ ਹੈ? ਓਵਰ ਕੌਨਫੀਡੈਂਸ। ਸੋ ਨੈਕਸਟ ਚੱਲਦੇ ਹਾਂ ਆਪਾਂ। ਕੁਝ ਲਾਈਨਸ ਲਿਖੀਆਂ ਹੋਈਆਂ ਹੈ ਕਿ ਲਾਈਫ ਇਜ਼ਨਟ ਅਬਾਊਟ ਫਾਈਂਡਿੰਗ ਯੋਰਸੈਲਫ, ਲਾਈਫ ਇਜ਼ ਅਬਾਊਟ ਕ੍ਰੀਏਟਿੰਗ ਯੋਰਸੈਲਫ। ਕਹਿੰਦੇ ਕਿ ਜ਼ਿੰਦਗੀ ਆਪਣੇ ਆਪ ਨੂੰ ਲੱਭਣਾ ਨਹੀਂ ਹੈ, ਆਪਣੇ ਆਪ ਨੂੰ ਬਣਾਉਣਾ ਵਾ। ਸੋ ਨੈਕਸਟ ਚੱਲਦੇ ਹਾਂ ਕਿ ਫੇਲਿਅਰ ਇਜ਼ ਸਕਸੈਸ ਇਫ ਯੂ ਲਰਨ ਫਰੋਮ ਇਟ। ਕਿ ਕੋਈ ਵੀ ਫੇਲਿਅਰ ਜਿਹੜਾ ਵਾ ਉਹ ਫੇਲਿਅਰ ਨਹੀਂ ਹੁੰਦਾ ਜੇਕਰ ਤੁਸੀਂ ਉਸ ਤੋਂ ਸਿੱਖ ਲੈਂਦੇ ਹੋ ਤਾਂ। ਕਿ ਤੁਸੀਂ ਕਿਸੇ ਵੀ ਕਹਿੰਦੇ ਕਿ ਬੰਦਾ ਜਦੋਂ ਵੀ ਕੰਮ ਕਰਦਾ ਤਾਂ ਦੋ ਚੀਜ਼ਾਂ ਹੁੰਦੀਆਂ, ਜਾਂ ਤਾਂ ਉਹ ਸਕਸੈਸ ਹੁੰਦਾ ਤੇ ਜਾਂ ਤਜਰਬਾ ਇਕੱਠਾ ਕਰਦਾ। ਸੋ ਕੋਈ ਵੀ ਜਿਹੜਾ ਕਹਿ ਸਕਦੇ ਆ ਕਿ ਬੰਦਾ ਕਦੇ ਵੀ ਹਾਰਦਾ ਨਹੀਂ ਆ, ਹਮੇਸ਼ਾ ਕੁਝ ਨਾ ਕੁਝ ਸਿੱਖਦਾ ਹੀ ਆ, ਜਾਂ ਉਹ ਤਜਰਬਾ ਇਕੱਠਾ ਕਰਦਾ ਵਾ, ਜਾਂ ਤਜਰਬਾ ਲੈਂਦਾ ਕਿਸ ਚੀਜ਼ ਤੋਂ, ਜਾਂ ਫਿਰ ਸਕਸੈਸਫੁਲ ਹੁੰਦਾ। ਸੋ ਨੈਕਸਟ ਚੱਲੀਏ ਆਪਾਂ ਹਾਊ ਟੂ ਡਿਵੈਲਪ ਸੈਲਫ ਕੌਨਫੀਡੈਂਸ। ਸੈਲਫ ਕੌਨਫੀਡੈਂਸ ਨੂੰ ਕਿੱਦਾਂ ਡਿਵੈਲਪ ਕੀਤਾ ਜਾ ਸਕਦਾ ਵਾ? ਸੋ ਮੈਂ ਇਹਦੀ ਇੱਕ ਬੈਸਟ ਐਗਜ਼ਾਮਪਲ ਦੇਣੀ ਚਾਹਾਂਗਾ ਕਿ ਜਿੱਦਾਂ ਸਾਡਾ ਮਾਰਨਿੰਗ ਸੈਸ਼ਨ ਹੋ ਰਿਹਾ ਹੁਣ, ਉਹਦੇ ਵਿੱਚ ਕੀ ਹੋਇਆ ਸੀਗਾ ਕਿ ਜਦੋਂ ਵੀ ਸੈਲਫ ਕੌਨਫੀਡੈਂਸ ਨੂੰ ਕ੍ਰੀਏਟ ਕਿੱਦਾਂ ਕੀਤਾ ਜਾ ਸਕਦਾ ਜਾਂ ਡਿਵੈਲਪ ਕਿੱਦਾਂ ਕੀਤਾ ਜਾ ਸਕਦਾ, ਕਿ ਜਿੱਦਾਂ ਹੁਣ ਸਾਨੂੰ ਪ੍ਰਗਟ ਸਰ ਉਹਨਾਂ ਨੇ ਇੱਕ ਗੋਲ ਦਿੱਤਾ ਪਿਆ ਵਾ ਕਿ ਤੁਸੀਂ ਮੀਟਿੰਗਸ ਕਰਨੀਆਂ ਨੇ ਰੋਜ਼ ਦੀ ਰੋਜ਼। ਸਭ ਨੂੰ ਇੱਕ ਵੱਖਰਾ ਵੱਖਰਾ ਟੌਪਿਕ ਦੇ ਦਿੱਤਾ ਗਿਆ ਵਾ ਕਿ ਹਾਂ ਤੁਸੀਂ ਇਹ ਟੌਪਿਕ ਤੇ ਬੋਲਣਾ ਜਾਂ ਇਸ ਤਰੀਕ ਨੂੰ ਬੋਲਣਾ ਵਾ। ਸੋ ਇੱਕ ਸਾਡਾ ਗੋਲ ਸੈਟਿੰਗ ਕਰ ਦਿੱਤੀ। ਸੋ ਆਪਾਂ ਫਿਰ ਕੀ ਕਰਦੇ ਹਾਂ ਕਿ ਆਪਾਂ ਉਸ ਚੀਜ਼ ਨੂੰ ਐਨਾਲਾਈਜ਼ ਕਰਦੇ ਹਾਂ ਕਿ ਆਪਾਂ ਕਿੱਦਾਂ ਕਰਿਆ ਜਾ ਸਕਦਾ ਉਹਨੂੰ, ਫਿਰ ਉਸ ਚੀਜ਼ ਦੀ ਆਪਾਂ ਮੀਟਿੰਗ ਬਣਾਉਂਦੇ ਹਾਂ, ਫਿਰ ਉਸ ਤੇ ਐਕਸ਼ਨ ਹੁੰਦਾ ਔਰ ਫਿਰ ਉਹਦੀ ਐਵੈਲੂਏਸ਼ਨ, ਉਹਦਾ ਰਿਜ਼ਲਟ ਨਿਕਲ ਕੇ ਆਉਂਦਾ ਵਾ। ਸੋ ਇਵੇਂ ਕਰਕੇ ਹੀ ਹੌਲੀ ਹੌਲੀ ਸਭ ਦੇ ਵਿੱਚ ਕੌਨਫੀਡੈਂਸ ਲਿਆਂਦਾ ਜਾ ਸਕਦਾ ਵਾ। ਸੋ ਰੋਜ਼ ਦੀ ਰੋਜ਼ ਹੁਣ ਮੀਟਿੰਗਸ ਹੋ ਰਹੀਆਂ, ਜਿੱਦਾਂ ਸਾਡੇ ਸੈਸ਼ਨ ਹੋ ਰਹੇ ਨੇ ਰੋਜ਼ ਦੀ ਰੋਜ਼। ਸੋ ਇੱਕ ਸੈਲਫ ਕੌਨਫੀਡੈਂਸ ਇਨਕਰੀਜ਼ ਹੋ ਰਿਹਾ ਲੀਡਰਸ ਦੇ ਵਿੱਚ ਕਿ ਅਸੀਂ ਵੀ ਬੋਲ ਸਕਦੇ ਹਾਂ, ਅਸੀਂ ਵੀ ਕਰ ਸਕਦੇ ਹਾਂ। ਸੋ ਹੌਲੀ ਹੌਲੀ ਕਰਕੇ ਇੱਕ ਪ੍ਰੋਸੈਸ ਆ ਜਿਹਦੇ ਵਿੱਚੋਂ ਦੀ ਨਿਕਲ ਕੇ ਅਸੀਂ ਆਪਣੇ ਅੰਦਰ ਇੱਕ ਕੌਨਫੀਡੈਂਸ ਪੈਦਾ ਕਰ ਸਕਦੇ ਹਾਂ। ਸੋ ਸੈਲਫ ਕੌਨਫੀਡੈਂਸ ਨੂੰ ਅਚੀਵ ਕਿੱਦਾਂ ਕੀਤਾ ਜਾ ਸਕਦਾ, ਹਾਊ ਟੂ ਅਚੀਵ ਸੈਲਫ ਕੌਨਫੀਡੈਂਸ। ਸੋ
ਇਹਦੇ ਬਾਰੇ ਅਸੀਂ ਗੱਲ ਕਰਦੇ ਹਾਂ ਕਿ ਛੋਟੇ ਛੋਟੇ ਸਟੈਪਸ ਨੇ ਜੋ ਕਰਕੇ ਆਪਾਂ ਆਪਣੇ ਅੰਦਰ ਕੌਨਫੀਡੈਂਸ ਨੂੰ ਅਚੀਵ ਕਰ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਲਿਖਿਆ ਹੋਇਆ ਆਇਡੈਂਟੀਫਾਈ ਯੂਰ ਨੈਗੇਟਿਵ ਥਾਟਸ। ਸੋ ਕਹਿੰਦੇ ਆ ਕਿ ਨੈਗੇਟਿਵ ਥਾਟਸ ਜਿਹੜੇ ਨੇ ਉਹ ਵੀ ਬਹੁਤ ਵੱਡਾ ਰੋਲ ਪਲੇ ਕਰਦੇ ਨੇ ਕਿਸੇ ਵੀ ਕੰਮ ਦੇ ਹੋਣ ਜਾਂ ਨਾ ਹੋਣ ਪਿੱਛੇ। ਕਿ ਜੇਕਰ ਤੁਸੀਂ ਨੈਗੇਟਿਵਲੀ ਕਿਸੇ ਚੀਜ਼ ਨੂੰ ਸੋਚ ਲੈਂਦੇ ਹੋ ਕਿ ਹਾਂ ਇਹ ਚੀਜ਼ ਨਹੀਂ ਹੋਣੀ, ਤਾਂ ਓਬਵੀਅਸਲੀ ਕਿ ਉਹ ਕਦੇ ਵੀ ਨਹੀਂ ਹੋਊਗੀ। ਸੋ ਆਪਣੇ ਨੈਗੇਟਿਵ ਥਾਟਸ ਜਿਹੜੇ ਨੇ ਉਹਨਾਂ ਨੂੰ ਆਇਡੈਂਟੀਫਾਈ ਕਰੋ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਕਿਸੇ ਵੀ ਕੰਮ ਨੂੰ ਕਰਨ ਤੋਂ ਰੋਕਦੀਆਂ ਨੇ। ਸੋ ਜਦੋਂ ਤੁਹਾਨੂੰ ਆਪਣੇ ਨੈਗੇਟਿਵ ਥਾਟਸ ਬਾਰੇ ਪਤਾ ਹੋਊਗਾ ਜਾਂ ਉਹਨਾਂ ਤੇ ਤੁਹਾਡਾ ਕੰਟਰੋਲ ਹੋਊਗਾ ਤਾਂ ਤੁਸੀਂ ਕਿਸੇ ਵੀ ਕੰਮ ਨੂੰ ਬਹੁਤ ਆਰਾਮ ਨਾਲ ਕਰ ਸਕਦੇ ਹੋ। ਸੋ ਸੈਕਿੰਡ ਲਿਖਿਆ ਹੈ ਗਿਵ ਯੋਰਸੈਲਫ ਸਮ ਟਾਈਮ, ਕਿ ਦਿਨ ਦੇ ਵਿੱਚ ਇੱਕ ਵਾਰੀ ਕਹਿੰਦੇ ਕਿ ਕੋਈ 1 ਘੰਟਾ ਆਪਣੇ ਆਪ ਨੂੰ ਜ਼ਰੂਰ ਬੈਠੋ। ਕਿ ਤੁਹਾਨੂੰ ਪਤਾ ਹੋਣਾ ਚਾਹੀਦੀਆਂ ਨੇ ਤੁਹਾਡੇ ਅੰਦਰ ਦਾ ਜੋ ਇੱਕ ਕਲਾਕਾਰ ਹੈ ਤੁਹਾਡੀ ਉਹਦੇ ਨਾਲ ਰੋਜ਼ ਗੱਲਬਾਤ ਹੋਣੀ ਜ਼ਰੂਰੀ ਹੈ। ਕਿ ਤੁਸੀਂ ਆਪਣੇ ਆਪ ਦੇ ਨਾਲ ਜੀ ਇੱਕ ਵਾਰੀ ਗੱਲ ਜ਼ਰੂਰ ਕਰਕੇ ਦੇਖੋ ਕਿ ਤੁਹਾਡੇ ਅੰਦਰ ਕੀ ਕੀ ਐਬਿਲਿਟੀਜ਼ ਹੈ, ਕੀ ਕੀ ਤੁਸੀਂ ਕਰ ਸਕਦੇ ਹੋ ਔਰ ਕਿੱਦਾਂ ਕਰ ਸਕਦੇ ਹੋ। ਨੈਕਸਟ ਕੀ ਹੈ ਕਿ ਲਰਨ ਫਰੋਮ ਯੋਰ ਮਿਸਟੇਕ। ਜਿੱਦਾਂ ਮੈਂ ਆਲਰੇਡੀ ਹੁਣੇ ਬੋਲ ਚੁੱਕਾ ਕਿ ਕੋਈ ਵੀ ਕਹਿ ਸਕਦੇ ਹਾਂ ਕਿ ਹਾਰ ਜਿਹੜੀ ਆ ਉਹ ਹਾਰ ਨਹੀਂ ਹੁੰਦੀ ਜੇਕਰ ਅਸੀਂ ਉਸ ਤੋਂ ਸਿੱਖ ਨਹੀਂ ਲੈਂਦੇ ਤਾਂ। ਕਿ ਕੋਈ ਵੀ ਕੰਮ ਕਰੋ ਔਰ ਉਹਦੇ ਤੋਂ ਤੁਹਾਨੂੰ ਜਾਂ ਤਾਂ ਤਜਰਬਾ ਮਿਲੂਗਾ ਜਾਂ ਸਕਸੈਸ ਮਿਲੂਗੀ। ਸੋ ਆਪਣੀਆਂ ਗਲਤੀਆਂ ਤੋਂ ਸਿੱਖਣਾ ਸ਼ੁਰੂ ਕਰ ਦਵੋ ਕਿ ਜੋ ਤੁਸੀਂ ਪਾਸਟ ਦੇ ਵਿੱਚ ਕੀਤਾ ਵਾ ਉਹ ਫਿਊਚਰ ਦੇ ਵਿੱਚ ਨਾ ਹੋਵੇ ਕਦੇ ਵੀ। ਹੈਲਪ ਪੀਪਲ ਅਰਾਊਂਡ ਯੂ। ਨੈਕਸਟ ਹੈ ਕਿ ਹੈਲਪ ਪੀਪਲ ਅਰਾਊਂਡ ਯੂ। ਆਪਣੇ ਆਲੇ ਦੁਆਲੇ ਦੇ ਬਹੁਤ ਸਾਰੇ ਨੀਡੀ ਲੋਕ ਨੇ ਜਿਨ੍ਹਾਂ ਨੂੰ ਜ਼ਰੂਰਤ ਹੈ, ਸ਼ਾਇਦ ਤੁਹਾਡੇ ਐਕਸਪੀਰੀਅੰਸ ਥਰੂ ਕਹਿ ਸਕਦੇ ਹਾਂ ਕਿ ਉਹਨਾਂ ਦੀ ਹੈਲਪ ਹੋ ਸਕਦੀ ਹੈ, ਜਾਂ ਤੁਸੀਂ ਕਿਸੇ ਦੀ ਅਗਰ ਹੈਲਪ ਕਰ ਸਕਦੇ ਹੋ ਤਾਂ ਉਹਦੇ ਨਾਲ ਕੀ ਹੁੰਦਾ ਕਿ ਤੁਹਾਡਾ ਇੱਕ ਕੌਨਫੀਡੈਂਸ ਬਿਲਡ ਹੁੰਦਾ ਵਾ, ਕਿ ਤੁਹਾਡਾ ਆਪਣੇ ਆਪ ਹੀ ਇੱਕ ਗੁੱਡ ਵਾਲਾ ਫੀਲ ਜਿਹਾ ਆਉਂਦਾ ਵਾ। ਸੋ ਆਪਣੇ ਆਲੇ ਦੁਆਲੇ ਦੇ ਜਿੰਨੇ ਵੀ ਲੋਕ ਆ ਜਾਂ ਜੋ ਵੀ ਆ ਉਹਨਾਂ ਦੀ ਹੈਲਪ ਜ਼ਰੂਰ ਕਰਿਆ ਕਰੋ। ਜਾਂ ਨੈਕਸਟ ਚੱਲਦੇ ਹਾਂ ਆਪਾਂ ਕਿ ਟੇਕ ਕੇਅਰ ਆਫ ਯੋਰ ਪਰਸਨਲ ਕੇਅਰ। ਕੀ ਕਹਿੰਦੇ ਆ ਕਿ ਹੈਲਥ ਆ ਤਾਂ ਵੈਲਥ ਆ। ਸੋ ਆਪਣਾ ਸਰੀਰ ਜਿਹੜਾ ਵਾ ਉਹਦੀ ਕੇਅਰ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ। ਆਪਣੀ ਪਰਸਨਲ ਕੇਅਰ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ। ਸੋ ਆਪਣੇ ਪਰਸਨਲ ਹਾਈਜੀਨਸ ਵਗੈਰਾ ਜਿਹੜੇ ਆ ਉਹਨਾਂ ਦੀ ਕੇਅਰ ਕਰਨਾ ਬਹੁਤ ਜ਼ਰੂਰੀ ਹੈ। ਸੋ ਤੁਸੀਂ ਅਗਰ ਚੰਗੇ ਲੱਗੋਗੇ ਜਾਂ ਤੁਸੀਂ ਆਪਣੇ ਆਪ ਦੇ ਵਿੱਚ ਗੁੱਡ ਫੀਲ ਕਰੋਗੇ ਤਾਂ ਤੁਹਾਡਾ ਕੌਨਫੀਡੈਂਸ ਲੈਵਲ ਜਿਹੜਾ ਵਾ ਬਹੁਤ ਹਾਈ ਹੋਊਗਾ। ਨੈਕਸਟ ਚੱਲਦੇ ਆਪਾਂ ਕਿ ਡੂ ਨਾਟ ਕੰਪੇਅਰ ਯੋਰਸੈਲਫ ਵਿਦ ਅਦਰਸ। ਆਪਣੇ ਆਪ ਨੂੰ ਲੋਕਾਂ ਦੇ ਨਾਲ ਕੰਪੇਅਰ ਨਾ ਕਰੋ। ਕਹਿੰਦੇ ਕਿ ਹਰ ਬੰਦੇ ਦੀ ਆਪਣੀਆਂ ਐਬਿਲਿਟੀਜ਼ ਹੁੰਦੀਆਂ ਨੇ, ਆਪਣੀਆਂ ਕੁਛ ਆਪਣੇ ਆਪਣਾ ਇੱਕ ਸਭ ਦੇ ਅੰਦਰ ਇੱਕ ਕਲਾਕਾਰ ਹੁੰਦਾ ਵਾ। ਹਰ ਬੰਦੇ ਦੀ ਆਪਣਾ ਇੱਕ ਆਪਣਾ ਮਾਈਂਡ ਹੁੰਦਾ, ਆਪਣੇ ਦਿਮਾਗ ਦੇ ਹਿਸਾਬ ਨਾਲ ਹਰ ਬੰਦਾ ਕੰਮ ਕਰਦਾ ਵਾ। ਸੋ ਆਪਣੇ ਆਪ ਨੂੰ ਕਿਸੇ ਦੇ ਨਾਲ ਕੰਪੇਅਰ ਕਰੋਗੇ ਤਾਂ ਫਿਰ ਓਬਵੀਅਸਲੀ ਕਹਿ ਸਕਦੇ ਹਾਂ ਕਿ ਤੁਸੀਂ ਹਮੇਸ਼ਾ ਪਛਤਾਓਗੇ ਕਿ ਮੇਰੇ ਵਿੱਚ ਇਹ ਕਿਉਂ ਨਹੀਂ ਹੈਗਾ, ਮੈਂ ਉਹ ਕਿਉਂ ਨਹੀਂ ਕਰ ਸਕਦਾ, ਮੈਂ ਉਹ ਕਿਉਂ ਨਹੀਂ ਕਰ ਸਕਦਾ। ਸੋ ਉਹਦੇ ਨਾਲੋਂ ਬੈਟਰ ਇਹ ਹੈ ਕਿ ਤੁਸੀਂ ਉਹਨਾਂ ਚੀਜ਼ਾਂ ਨਾਲ ਚੱਲੋ ਜੋ ਤੁਸੀਂ ਕਰ ਸਕਦੇ ਹੋ। ਸੋ ਨੈਕਸਟ ਚੱਲਦੇ ਹਾਂ ਆਪਾਂ ਡਿਟਰਮਾਈਨ ਰੀਅਲਿਸਟਿਕ ਗੋਲਸ। ਸੋ ਆਪਣੇ ਗੋਲਸ ਉਹ ਸੈੱਟ ਕਰੋ ਜਿਨ੍ਹਾਂ ਨੂੰ ਤੁਸੀਂ ਰੀਅਲ ਵਿੱਚ ਅਚੀਵ ਕਰ ਸਕਦੇ ਹੋ। ਮਤਲਬ ਜਦੋਂ ਵੀ ਹੁੰਦਾ ਕੀ ਹੈ ਕਿ ਜਦੋਂ ਤੁਸੀਂ ਆਪਣਾ ਕੋਈ ਗੋਲ ਸੈੱਟ ਕਰਦੇ ਹੋ ਔਰ ਜਦੋਂ ਉਸਨੂੰ ਅਚੀਵ ਕਰਦੇ ਹੋ ਤਾਂ ਉਸ ਤੋਂ ਬਾਅਦ ਜਿਹੜਾ ਤੁਹਾਡਾ ਕੌਨਫੀਡੈਂਸ ਬਿਲਡ ਹੁੰਦਾ ਵਾ ਤਾਂ ਉਹਦਾ ਬਹੁਤ ਕਹਿ ਸਕਦੇ ਹਾਂ ਕਿ ਐਨਰਜੈਟਿਕ ਹੋ ਜਾਂਦੇ ਹੋ ਤੁਸੀਂ ਜਦੋਂ ਕਿਸੇ ਵੀ ਇੱਕ ਗੋਲ ਨੂੰ ਅਚੀਵ ਕਰਦੇ ਹੋ। ਤਾਂ ਆਪਣੇ ਉਹ ਵਾਲੇ ਗੋਲ ਸੈੱਟ ਕਰੋ ਜਿਨ੍ਹਾਂ ਨੂੰ ਤੁਸੀਂ ਰੀਅਲ ਵਿੱਚ ਅਚੀਵ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਨਿਰਾਸ਼ਾ ਨਾ ਹੋਵੇ ਔਰ ਤੁਹਾਡਾ ਕੌਨਫੀਡੈਂਸ ਲੋ ਨਾ ਹੋਵੇ। ਸੋ ਸੈਟ ਯੂਰ ਰੀਅਲਿਸਟਿਕ ਗੋਲਸ। ਸੋ ਨੈਕਸਟ ਚੱਲਦੇ ਹਾਂ ਆਪਾਂ ਡਿਸਕਵਰ ਯੂਰ ਸਕਿੱਲਸ। ਕਿ ਹਰ ਬੰਦੇ ਦੇ ਅੰਦਰ ਇੱਕ ਕਲਾਕਾਰ ਆ, ਬਸ ਉਹਨੂੰ ਪਹਿਚਾਨਣ ਦੀ ਜ਼ਰੂਰਤ ਹੁੰਦੀ ਆ। ਕਿ ਸਾਡੇ ਸਭ ਦੇ ਅੰਦਰ ਉਹ ਐਬਿਲਿਟੀਜ਼ ਹੈਗੀਆਂ ਨੇ, ਉਹ ਪੋਟੈਂਸ਼ੀਅਲ ਹੈਗਾ ਵਾ, ਬਸ ਉਹਨੂੰ ਪਹਿਚਾਨਣ ਦੀ ਜ਼ਰੂਰਤ ਆ। ਔਰ ਸਭ ਨੂੰ ਆਪਣੇ ਆਪਣੇ ਅੰਦਰ ਉਹ ਵਾਲਾ ਜਦੋਂ ਕਲਾਕਾਰ ਮਿਲ ਜਾਂਦਾ ਤਾਂ ਉਹਦਾ ਕੌਨਫੀਡੈਂਸ ਜਿਹੜਾ ਵਾ ਕਹਿ ਸਕਦੇ ਹਾਂ ਕਿ ਉਹ ਬਹੁਤ ਹਾਈ ਲੈਵਲ ਤੇ ਜਾਣਾ ਸ਼ੁਰੂ ਹੋ ਜਾਂਦਾ। ਸੋ ਡੋਂਟ ਬੀ ਅਫੇਅਰ ਟੂ ਫੀਲਿੰਗ ਅਫੇਅਰ। ਨੈਕਸਟ ਹੈ ਕਿ ਡੋਂਟ ਬੀ ਅਫੇਅਰ ਟੂ ਆਫ ਫੀਲਿੰਗ ਅਫੇਅਰ। ਕਿ ਡਰ ਜਿਹੜਾ ਕਹਿੰਦੇ ਆ ਕਿ ਡਰ ਨੂੰ ਫੇਸ ਕਰਨਾ ਸਿੱਖੋ। ਕਿ ਜਿਹੜੀਆਂ ਚੀਜ਼ਾਂ ਤੋਂ ਤੁਹਾਨੂੰ ਡਰ ਲੱਗਦਾ ਜਾਂ ਲੱਗਦਾ ਤੁਹਾਨੂੰ ਕਿ ਮੈਂ ਇਹ ਚੀਜ਼ਾਂ ਕਦੇ ਨਹੀਂ ਕਰ ਸਕਦਾ ਤਾਂ ਉਹਨਾਂ ਨੂੰ ਹੌਲੀ ਹੌਲੀ ਟਰਾਈ ਕਰਨਾ ਸ਼ੁਰੂ ਕਰੋ। ਕਿ ਜਦੋਂ ਤੁਹਾਡਾ ਉਹ ਚੀਜ਼ ਦੇ ਵਿੱਚੋਂ ਡਰ ਨਿਕਲ ਜੂਗਾ ਤਾਂ ਤੁਹਾਡਾ ਕੌਨਫੀਡੈਂਸ ਲੈਵਲ ਜਿਹੜਾ ਬਹੁਤ ਹਾਈ ਹੋਊਗਾ। ਇਨਕਰੀਜ਼ ਯੋਰ ਨੌਲੇਜ। ਸੋ ਨੌਲੇਜ ਜਿਹੜੀ ਹੈ ਉਹ ਇੱਕ ਬਹੁਤ ਵੱਡਾ ਮੈਟਰ ਕਰਦੀ ਹੈ ਕਿਸੇ ਵੀ ਚੀਜ਼ ਕੰਮ ਦੇ ਵਿੱਚ। ਸੋ ਸਾਡੇ ਕੰਮ ਦੇ ਵਿੱਚ ਅਗਰ ਗੱਲ ਕਰੀਏ ਤਾਂ ਸਾਡਾ ਕੰਮ ਜਿਹੜਾ ਇੱਕ ਸਿੱਖਣ ਔਰ ਸਿਖਾਉਣ ਦਾ ਕੰਮ ਹੈ। ਕਿ ਮਤਲਬ ਜੇਕਰ ਅਸੀਂ ਖੁਦ ਸਿੱਖਦੇ ਹਾਂ ਔਰ ਫਿਰ ਹੀ ਅਸੀਂ ਕਿਸੇ ਨੂੰ ਸਿਖਾ ਸਕਦੇ ਹਾਂ। ਸੋ ਕਿਸੇ ਵੀ ਚੀਜ਼ ਬਾਰੇ ਨੌਲੇਜ ਹੋਊਗੀ ਤਾਂ ਹੀ ਤੁਸੀਂ ਕਿਸੇ ਨੂੰ ਜਵਾਬਦੇਹੀ ਹੋਵੋਗੇ। ਕਿਉਂਕਿ ਜਿੱਦਾਂ ਸਾਡੀ ਗੱਲ ਕਰੀਏ ਤਾਂ ਮਾਰਕੀਟ ਦੇ ਵਿੱਚ ਬਹੁਤ ਵੱਡੇ ਖਿਡਾਰੀ ਮਿਲਦੇ ਆ ਜਿਨ੍ਹਾਂ ਕੋਲੇ 5-5 10-10 ਸਾਲ ਦਾ ਐਕਸਪੀਰੀਅੰਸ ਹੁੰਦਾ ਵਾ, ਜਾਂ ਜਿਨ੍ਹਾਂ ਨੈਟਵਰਕਿੰਗ ਕਰੀ ਹੁੰਦੀ ਹੈ ਪਹਿਲਾਂ ਵੀ। ਤਾਂ ਜਾਂ ਫਿਰ ਜੇ ਸਾਡੇ ਕੋਲ ਨੌਲੇਜ ਨਹੀਂ ਹੈਗੀ ਤਾਂ ਉਹਨਾਂ ਸਾਹਮਣੇ ਬੈਠਾਂਗੇ ਤਾਂ 5 ਮਿੰਟ 'ਚ ਸਾਡੀ ਹਵਾ ਕੱਢ ਕੇ ਬਾਹਰ ਰੱਖ ਦਿੰਦੇ ਆ।
ਸੋ ਨੌਲੇਜ ਇੱਕ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਕਿਸੇ ਵੀ ਫੀਲਡ ਵਿੱਚ। ਸੋ ਆਪਣੀ ਨੌਲੇਜ ਨੂੰ ਹਮੇਸ਼ਾ ਇਨਕਰੀਜ਼ ਕਰਦੇ ਰਹੋ, ਡੋਂਟ ਡਿਪੈਂਡ ਔਨ ਅਦਰਸ। ਸੋ ਲੋਕਾਂ ਦੇ ਉੱਪਰ ਜਾਂ ਕਿਸੇ ਦੇ ਉੱਪਰ ਅਗਰ ਅਸਾਂ ਡਿਪੈਂਡ ਕਰਦੇ ਹਾਂ ਆਪਾਂ, ਕਿ ਮੰਨ ਲਓ ਸਾਡਾ ਕੰਮ ਆ ਤਾਂ ਉਹ ਸਾਡਾ ਆਪਾਂ ਕਿਸੇ ਦੇ ਉੱਪਰ ਹੀ ਡਿਪੈਂਡ ਕਰਿਆ ਹੋਇਆ ਕਿ ਜੇਕਰ ਸਾਡੀ ਅਪਲਾਈਨ ਆਊਗੀ ਤਾਂ ਆਪਾਂ ਫੇਰ ਹੀ ਕੰਮ ਕਰ ਸਕਦੇ ਹਾਂ, ਜਾਂ ਅਸੀਂ ਪਲਾਨ ਹੀ ਫੇਰ ਹੀ ਕਰ ਸਕਦੇ ਹਾਂ ਜੇਕਰ ਸਾਡੀ ਅਪਲਾਈਨ ਸਾਡੇ ਨਾਲ ਹੋਊਗੀ। ਔਰ ਅਗਰ ਕਹਿੰਦੇ ਆ ਕਿ ਸਰ ਕਹਿੰਦੇ ਹੁੰਦੇ ਆ ਕਿ ਜੇਕਰ ਅਪਲਾਈਨ ਆ ਕੇ ਕੰਮ ਕਰਵਾ ਰਹੀ ਹੈ ਤਾਂ ਪੈਸਾ ਵੀ ਅਪਲਾਈਨ ਹੀ ਕੱਢੂਗੀ ਸਾਰੇ ਦਾ ਸਾਰਾ। ਸੋ ਕਿਸੇ ਦੇ ਉੱਪਰ ਡਿਪੈਂਡ ਨਾ ਹੋਵੋ, ਕਿ ਜਦੋਂ ਤੁਸੀਂ ਖੁਦ ਕਿਸੇ ਕੰਮ ਨੂੰ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਹਾਡਾ ਕੌਨਫੀਡੈਂਸ ਜਿਹੜਾ ਇਨਕਰੀਜ਼ ਹੋਣਾ ਸ਼ੁਰੂ ਹੁੰਦਾ ਵਾ। ਸੋ ਨੈਕਸਟ ਚੱਲਦੇ ਹਾਂ, ਆਲਵੇਜ਼ ਹਮੇਸ਼ਾ ਚਿਹਰੇ ਤੇ ਇੱਕ ਸਮਾਈਲ ਬਣਾ ਕੇ ਰੱਖੋ, ਤਾਂ ਉਹਦੇ ਨਾਲ ਵੀ ਤੁਹਾਡਾ ਇੱਕ ਕੌਨਫੀਡੈਂਸ ਇਨਕਰੀਜ਼ ਹੁੰਦਾ ਵਾ। ਪ੍ਰੈਕਟਿਸ ਵਿਜ਼ੂਅਲਾਈਜੇਸ਼ਨ, ਕਿ ਤੁਸੀਂ ਜੋ ਵੀ ਲਾਈਫ ਦੇ ਵਿੱਚ ਪਾਉਣਾ ਚਾਹੁੰਦੇ ਹੋ, ਕਿ ਜੋ ਵੀ ਤੁਹਾਡਾ ਡ੍ਰੀਮਸ ਹੈਗੇ ਆ ਜਾਂ ਤੁਸੀਂ ਕੁਛ ਵੀ ਗੋਲਸ ਵਗੈਰਾ ਸੈੱਟ ਕਰੇ ਹੋਏ ਆ ਜਾਂ ਕੋਈ ਚੀਜ਼ ਨੂੰ ਲੈਣ ਦੇ ਬਾਰੇ ਸੋਚਿਆ ਹੋਇਆ, ਤਾਂ ਉਸ ਚੀਜ਼ ਨੂੰ ਪ੍ਰੈਕਟਿਸ ਜ਼ਰੂਰ ਕਰੋ। ਕਿ ਜਿੱਦਾਂ ਪ੍ਰਗਟ ਸਰ ਕਹਿੰਦੇ ਹੁੰਦੇ ਆ ਕਿ ਆਪਣੇ ਡ੍ਰੀਮਸ ਨੂੰ ਵਿਜ਼ੂਅਲਾਈਜ਼ ਕਰਕੇ ਜ਼ਰੂਰ ਦੇਖਿਆ ਕਰੋ, ਕਿ ਜੇਕਰ ਤੁਸੀਂ ਸੋਚਿਆ ਹੋਇਆ ਕਿ ਮੈਂ 1 ਸਾਲ ਬਾਅਦ ਗੱਡੀ ਲੈਣੀ ਹੈ ਤਾਂ ਉਸ ਗੱਡੀ ਨੂੰ ਅੱਜ ਤੋਂ ਫੀਲ ਕਰਨਾ ਸ਼ੁਰੂ ਕਰੋ ਕਿ ਹਾਂ ਮੈਂ ਉਹ ਗੱਡੀ ਲੈ ਚੁੱਕਾ, ਜਾਂ ਮੈਂ ਉੱਤੇ ਡਰਾਈਵ ਕਰ ਰਿਹਾ, ਜਾਂ ਕੁਛ ਵਿਜ਼ੂਅਲਾਈਜ਼ ਕਰਨਾ ਸ਼ੁਰੂ ਕਰੋ। ਕਿਉਂਕਿ ਕਹਿੰਦੇ ਕਿ ਯੂਨੀਵਰਸਲ ਲਾਅ ਹੈ ਕਿ ਜਿਹੜੀ ਚੀਜ਼ ਨੂੰ ਵੀ ਤੁਸੀਂ ਵਿਜ਼ੂਅਲਾਈਜ਼ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਪੂਰਾ ਯੂਨੀਵਰਸ ਉਹ ਚੀਜ਼ ਨੂੰ ਤੁਹਾਡੇ ਤੱਕ ਪਹੁੰਚਾਉਣ ਵਿੱਚ ਲੱਗ ਜਾਂਦਾ। ਸੋ ਆਪਣੇ ਡ੍ਰੀਮਸ ਨੂੰ ਵਿਜ਼ੂਅਲਾਈਜ਼ ਕਰਿਆ ਕਰੋ ਰੋਜ਼, ਉਹਦੇ ਨਾਲ ਵੀ ਤੁਹਾਡਾ ਇੱਕ ਸੈਲਫ ਕੌਨਫੀਡੈਂਸ ਇਨਕਰੀਜ਼ ਹੋਊਗਾ। ਸ਼ਿਫਟ ਯੂਰ ਫੋਕਸ, ਤੁਹਾਡੀਆਂ ਨੈਗੇਟਿਵ ਥਾਟਸ ਨੂੰ ਪੋਜ਼ਿਟਿਵ ਥਾਟਸ ਦੇ ਵਿੱਚ ਸ਼ਿਫਟ ਕਰਨਾ ਸ਼ੁਰੂ ਕਰ ਦਵੋ। ਮਤਲਬ ਕਿ ਜਿਹੜੀਆਂ ਚੀਜ਼ਾਂ ਵੀ ਤੁਹਾਨੂੰ ਲੱਗਦਾ ਕਿ ਇਹ ਨੈਗੇਟਿਵਲੀ ਮੇਰੇ ਉੱਪਰ ਅਸਰ ਹੁੰਦਾ ਹੋਵੇ ਇਹਨਾਂ ਚੀਜ਼ਾਂ ਦਾ, ਉਹਨਾਂ ਨੂੰ ਪੋਜ਼ਿਟਿਵ ਵੇ ਦੇ ਵਿੱਚ ਲੈਣਾ ਸ਼ੁਰੂ ਕਰ ਦਵੋ। ਸੋ ਨੈਕਸਟ ਚੱਲਦੇ ਨੈਵਰ ਗਿਵ ਅਪ। ਨੈਵਰ ਗਿਵ ਅਪ ਇੱਕ ਉਹ ਚਾਬੀ ਹੈ ਕਿ ਜਿਹੜੀ ਕਹਿੰਦੇ ਕਿ ਤੁਹਾਨੂੰ ਲਾਈਫ ਦੇ ਵਿੱਚ ਕਦੇ ਨਾ ਕਦੇ ਸਕਸੈਸ ਜ਼ਰੂਰ ਕਰਾ ਦਿੰਦੀ ਹੈ। ਕਿ ਜੇਕਰ ਤੁਸੀਂ ਲੱਗੇ ਰਹਿੰਦੇ ਹੋ ਕੰਟੀਨਿਊਸਲੀ ਕਦੇ ਵੀ ਕਿਸੇ ਵੀ ਕੰਮ ਨੂੰ ਕੰਟੀਨਿਊਸਲੀ ਕਰਦੇ ਹੀ ਰਹਿੰਦੇ ਹੋ, ਉਹਨੂੰ ਕਦੇ ਵੀ ਗਿਵ ਅਪ ਨਹੀਂ ਕਰਦੇ ਹੋ, ਤਾਂ ਤੁਸੀਂ ਕਦੇ ਨਾ ਕਦੇ ਲਾਈਫ ਦੇ ਵਿੱਚ ਸਕਸੈਸ ਜ਼ਰੂਰ ਹੁੰਦੇ ਹੋ। ਸੋ ਨੈਕਸਟ ਆਪਾਂ ਕੁਛ ਐਡਵਾਂਟੇਜਸ, ਕੀ ਫਾਇਦਾ ਹੁੰਦਾ ਸਾਨੂੰ ਜਦੋਂ ਸਾਡੇ ਵਿੱਚ ਸੈਲਫ ਕੌਨਫੀਡੈਂਸ ਹੁੰਦਾ ਵਾ। ਸੋ ਸਭ ਤੋਂ ਪਹਿਲਾਂ ਕੀ ਹੈ ਕਿ ਤੁਹਾਡੀ ਵੈਲਿਊ ਜਿਹੜੀ ਹੈ ਇਨਕਰੀਜ਼ ਹੋ ਜਾਂਦੀ ਹੈ ਜਦੋਂ ਤੁਸੀਂ ਕੌਨਫੀਡੈਂਟ ਹੁੰਦੇ ਹੋ ਕਿਸੇ ਚੀਜ਼ ਨੂੰ ਲੈ ਕੇ। ਸੋ ਨੈਕਸਟ ਕੀ ਹੈ ਕਿ ਮੋਰ ਹੈਪੀਨੈਸ ਮੋਰ ਇੰਜੋਇਮੈਂਟ, ਕਿ ਜਦੋਂ ਤੁਸੀਂ ਕੌਨਫੀਡੈਂਟ ਹੁੰਦੇ ਹੋ ਤਾਂ ਤੁਹਾਡੇ ਜਿੰਨੇ ਵੀ ਕੰਮ ਆ ਸਾਰੇ ਦੇ ਸਾਰੇ ਪੋਜ਼ਿਟਿਵਲੀ ਜਾਂਦੇ ਆ। ਸੋ ਜਦੋਂ ਕੋਈ ਵੀ ਕੰਮ ਪੋਜ਼ਿਟਿਵਲੀ ਹੁੰਦਾ ਵਾ ਤਾਂ ਤੁਹਾਨੂੰ ਉਸ ਤੋਂ ਖੁਸ਼ੀ ਤਾਂ ਜ਼ਰੂਰ ਮਿਲਦੀ ਆ, ਜਾਂ ਇੰਜੋਇਮੈਂਟ ਹੁੰਦੀ ਆ ਉਸ ਟਾਈਮ ਤੇ ਸਾਡੇ। ਜਾਂ ਨੈਕਸਟ ਕੀ ਹੈ ਕਿ ਫਰੀडम ਫਰੋਮ ਦਾ ਸੈਲਫ ਡਾਊਟਸ, ਜਦੋਂ ਤੁਸੀਂ ਕੌਨਫੀਡੈਂਟ ਹੁੰਦੇ ਹੋ ਜਾਂ ਜਦੋਂ ਤੁਹਾਨੂੰ ਆਪਣੇ ਆਪ ਤੇ ਆਤਮ ਵਿਸ਼ਵਾਸ ਹੁੰਦਾ ਤਾਂ ਤੁਸੀਂ ਆਪਣੇ ਆਪ ਦੇ ਉੱਪਰ ਜਿਹੜੇ ਡਾਊਟ ਕਰਨੇ ਆ ਉਹ ਖਤਮ ਹੋ ਜਾਂਦੇ ਆ ਤੁਹਾਡੇ। ਗ੍ਰੇਟਰ ਸਟਰੈਂਥ ਐਂਡ ਕੈਪੇਬਿਲਿਟੀਜ਼, ਕਿ ਤੁਹਾਡੀ ਸਟਰੈਂਥ ਜਿਹੜੀ ਹੈ ਇਨਕਰੀਜ਼ ਹੁੰਦੀ ਹੈ ਜਦੋਂ ਤੁਸੀਂ ਕੌਨਫੀਡੈਂਟ ਹੁੰਦੇ ਹੋ। ਤਾਂ ਇੱਕ ਕੰਮ ਅਗਰ ਸਹੀ ਹੁੰਦਾ ਤਾਂ ਤੁਸੀਂ ਕੌਨਫੀਡੈਂਸ ਇਨਕਰੀਜ਼ ਹੁੰਦਾ ਤਾਂ ਤੁਸੀਂ ਦੂਸਰਾ ਕੰਮ ਕਰਦੇ ਹੋ ਤਾਂ ਉਹ ਵੀ ਬਹੁਤ ਵਧੀਆ ਹੁੰਦਾ। ਫਿਰ ਤਾਂ ਤੁਹਾਡੀਆਂ ਕੈਪੇਬਿਲਿਟੀਜ਼ ਜਿਹੜੀਆਂ ਨੇ ਉਹਨੂੰ ਇਨਕਰੀਜ਼ ਕਰਦੇ ਹੋ ਤੁਸੀਂ ਸੋਚਦੇ ਹੋ ਕਿ ਅੱਜ ਜੇਕਰ ਮੈਂ ਇਹ ਕਰ ਸਕਦਾ ਤਾਂ ਮੈਂ ਨੈਕਸਟ ਉਹ ਵਾਲਾ ਕੰਮ ਵੀ ਜ਼ਰੂਰ ਕਰ ਸਕਦਾ ਹਾਂ। ਸੋ ਫਰੀडम ਫਰੋਮ ਦਾ ਐਗਜ਼ਾਈਟੀ, ਫੀਅਰ ਐਂਡ ਐਗਜ਼ਾਈਟੀ, ਕਿ ਤੁਸੀਂ ਆਜ਼ਾਦ ਹੋ ਜਾਂਦੇ ਹੋ ਪਰੇਸ਼ਾਨੀਆਂ ਚਿੰਤਾਵਾਂ ਜਿਹੜੀਆਂ ਹੁੰਦੀਆਂ ਨੇ ਲਾਈਫ ਨੂੰ ਲੈ ਕੇ, ਉਹ ਸਾਰੀ ਦੀਆਂ ਸਾਰੀਆਂ ਜਿਹੜੀਆਂ ਖਤਮ ਹੋ ਜਾਂਦੀਆਂ ਨੇ। ਫਰੀडम ਫਰੋਮ ਦਾ ਸੋਸ਼ਲ ਐਗਜ਼ਾਈਟੀ, ਲੋਕਾਂ ਦੀ ਜਿਹੜੀ ਕਹਿ ਸਕਦੇ ਹਾਂ ਕਿ ਚਿੰਤਾ ਜਿਹੜੀ ਆ ਉਹ ਕਰਨੀ ਬੰਦ ਕਰ ਦਿੰਦੇ ਹੋ ਤੁਸੀਂ। ਮੋਰ ਪੀਸ ਆਫ ਮਾਈਂਡ ਐਂਡ ਲੈਸ ਸਟ੍ਰੈਸ, ਕਿ ਦਿਮਾਗ ਨੂੰ ਸ਼ਾਂਤੀ ਮਿਲ ਜਾਂਦੀ ਹੈ ਹੋਰ, ਔਰ ਸਟ੍ਰੈਸ ਜਿਹੜੀ ਹੈ ਉਹ ਖਤਮ ਹੋਈ ਰਹਿੰਦੀ ਹੈ ਤੁਹਾਡੀ। ਮੋਰ ਐਨਰਜੀ ਐਂਡ ਮੋਟੀਵੇਸ਼ਨ ਟੂ ਐਕਟ, ਕਿ ਜਦੋਂ ਤੁਸੀਂ ਸੈਲਫ ਕੌਨਫੀਡੈਂਸ ਵਿੱਚ ਹੁੰਦੇ ਹੋ ਜਾਂ ਸੈਲਫ ਕੌਨਫੀਡੈਂਸ ਹੁੰਦਾ ਤੁਹਾਡੇ ਅੰਦਰ ਜਦੋਂ, ਤਾਂ ਤੁਸੀਂ ਐਨਰਜੈਟਿਕ ਹੁੰਦੇ ਹੋ ਔਰ ਲੋਕਾਂ ਨਾਲ ਡੀਲ ਕਰਨ ਦਾ ਜਾਂ ਲੋਕਾਂ ਨਾਲ ਗੱਲਬਾਤ ਕਰਨ ਦਾ ਜਿਹੜਾ ਤੁਹਾਡਾ ਰਵੱਈਆ ਉਹ ਚੇਂਜ ਹੋ ਜਾਂਦਾ ਬਿਲਕੁਲ ਹੀ। ਔਰ ਗ੍ਰੇਟਰ ਸਕਸੈਸਫੁਲ ਹੋਣਾ, ਜਿਹੜਾ ਕਹਿ ਸਕਦੇ ਹਾਂ ਕਿ ਸੈਲਫ ਕੌਨਫੀਡੈਂਸ ਹੈ ਅਗਰ ਤਾਂ ਤੁਸੀਂ ਸਕਸੈਸ ਹੋਣ ਤੋਂ ਵੀ ਤੁਹਾਨੂੰ ਕੋਈ ਨਹੀਂ ਰੋਕ ਸਕਦਾ, ਕਿਉਂਕਿ ਜੇਕਰ ਤੁਹਾਡਾ ਆਪਣੇ ਆਪ ਤੇ ਯਕੀਨ ਆ ਤਾਂ ਸਕਸੈਸ ਵੀ ਇੱਕ ਦਿਨ ਜ਼ਰੂਰ ਹੋਵੋਗੇ। ਮੋਰ ਬੈਨੀਫੀਸ਼ੀਅਲ ਐਂਡ ਇੰਜੋਏਬਲ ਇੰਟਰੈਕਸ਼ਨ ਵਿਦ ਅਦਰਸ, ਉਹੀ ਹੈ ਕਿ ਜੇਕਰ ਤੁਸੀਂ ਸਕਸੈਸਫੁਲ ਹੋ ਆਪਣੀ ਲਾਈਫ ਦੇ ਵਿੱਚ ਤਾਂ ਤੁਹਾਡਾ ਲੋਕਾਂ ਨਾਲ ਬੋਲ ਚਾਲ ਦਾ ਰਵੱਈਆ ਜਾਂ ਰਹਿਣ ਸਹਿਣ ਦਾ ਰਵੱਈਆ ਜਿਹੜਾ ਉਹ ਬਿਲਕੁਲ ਹੀ ਚੇਂਜ ਹੋ ਜਾਂਦਾ ਵਾ, ਕਿਉਂਕਿ ਤੁਸੀਂ ਕੌਨਫੀਡੈਂਟ ਹੁੰਦੇ ਹੋ ਕਿ ਤੁਸੀਂ ਲਾਈਫ ਦੇ ਵਿੱਚ ਕੁਛ ਕਰਿਆ ਹੈ। ਨੈਕਸਟ ਚੱਲਦੇ ਹਾਂ, ਕੁਛ ਲਾਈਨਸ ਲਿਖੀਆਂ ਹੋਈਆਂ ਸੀਗੀਆਂ ਮੈਂ ਸ਼ੇਅਰ ਕਰਨਾ ਚਾਹੂੰਗਾ ਤੁਹਾਡੇ ਨਾਲ। ਵਿੱਚ ਮੈਂ ਸਾਰੇ ਦਾ ਕਨਕਲੂਜਨ ਕੱਢਣ ਦੀ ਕੋਸ਼ਿਸ਼ ਸੀਗੀ। ਸੋ ਕੁਛ ਲਾਈਨ ਸ਼ੇਅਰ ਕਰਦਾ ਤੁਹਾਡੇ ਨਾਲ ਕਿ ਜੇ ਕੀਤੀ ਹੈ ਸ਼ੁਰੂਆਤ ਤਾਂ ਹੌਸਲਾ ਵੀ ਰੱਖਣਾ ਪਊ, ਇੰਜ ਗੱਲ ਗੱਲ ਤੇ ਮੂੰਹ ਫੇਰ ਕੇ ਮੰਜ਼ਿਲਾਂ ਮਿਲਦੀਆਂ ਨਹੀਂ।
ਜੇ ਕਰਕੇ ਕੁਝ ਵਿਖਾਉਣਾ ਤਾਂ ਕੁਝ ਵੱਖਰਾ ਕਰਨਾ ਪਊ। ਇੰਜ ਭੇਡ ਚਾਲ ਵਿੱਚ ਪੈ ਕੇ ਕਦੇ ਮੰਜ਼ਿਲਾਂ ਮਿਲਦੀਆਂ ਨਹੀਂ। ਡਿੱਗਣਾ ਪਊ ਆਪੇ ਉੱਠਣਾ ਪਊ, ਇਹ ਦੁਨੀਆਦਾਰੀ ਤੋਂ ਸੱਜਣਾ ਕੋਈ ਆਸ ਨਹੀਂ। ਮਿਹਨਤ ਕਰਨੀ ਪਊ ਕੁਛ ਬਣਨ ਲਈ, ਇੰਜ ਤੁੱਕਿਆਂ ਦੇ ਨਾਲ ਬਣਿਆ ਜਾਣਾ ਖਾਸ ਨਹੀਂ। ਭਰ ਉਡਾਨ ਤੂੰ ਬਾਜ ਜਹੀ, ਜੇ ਉੱਡਣਾ ਵਿੱਚ ਅਸਮਾਨ ਦੇ। ਭਾ ਕਾਵਾਂ ਵਾਂਗੂ ਰੌਲਾ, ਜਿੱਤਿਆ ਜਾਣਾ ਨਹੀਂ ਵਿੱਚ ਮੈਦਾਨ ਦੇ। ਜੇ ਹਾਰਾਂ ਪੱਲੇ ਆਈਆਂ ਨਾ, ਜੇ ਹਾਰਾਂ ਪੱਲੇ ਆਈਆਂ ਨਾ, ਨਾ ਜਿੱਤਣ ਦੀ ਤੂੰ ਆਸ ਰੱਖੀ। ਤੂੰ ਟੁੱਟੇਗਾ ਤੂੰ ਡਿੱਗੇਗਾ, ਬਸ ਜਾਰੀ ਤੂੰ ਪ੍ਰਯਾਸ ਰੱਖੀ। ਕੀ ਹੋਊ ਮਕਸਦ ਜੀਣੇ ਦਾ, ਕੀ ਹੋਊ ਮਕਸਦ ਜੀਣੇ ਦਾ, ਜੇ ਤੂੰ ਹਾਰ ਗਿਆ ਹਾਲਾਤਾਂ ਤੋਂ। ਕਿਉਂ ਤੁਰਿਆ ਸੀ ਤੂੰ ਇਸ ਰਾਹ ਤੇ, ਦੀਪ ਪੁੱਛ ਕੇ ਦੇਖੀ ਸ਼ੁਰੂਆਤਾਂ ਤੋਂ। ਦੀਪ ਪੁੱਛ ਕੇ ਦੇਖੀ ਸ਼ੁਰੂਆਤਾਂ ਤੋਂ। ਸੋ ਕਦੇ ਵੀ ਜਦੋਂ ਵੀ ਗਿਵ ਅਪ ਕਰਨ ਦੇ ਕਹਿ ਸਕਦੇ ਹਾਂ ਕਿ ਦਿਲ ਕਰਦਾ ਵਾ ਤੁਹਾਡਾ ਕਿਸੇ ਚੀਜ਼ ਨੂੰ ਲੈ ਕੇ ਕਿ ਹਾਂ ਮੈਂ ਇਹ ਚੀਜ਼ ਨਹੀਂ ਕਰ ਸਕਦਾ, ਤਾਂ ਇੱਕ ਵਾਰ ਆਪਣੇ ਆਪ ਨੂੰ ਜ਼ਰੂਰ ਪੁੱਛ ਕੇ ਦੇਖਿਓ ਕਿ ਤੁਸੀਂ ਉਸ ਚੀਜ਼ ਦੀ ਸ਼ੁਰੂਆਤ ਕਿਉਂ ਕੀਤੀ ਸੀਗੀ ਜਾਂ ਸਟਾਰਟਅਪ ਕਿਉਂ ਲਿਆ ਸੀਗਾ, ਤਾਂ ਤੁਹਾਨੂੰ ਜ਼ਰੂਰ ਜਵਾਬ ਮਿਲੇਗਾ ਫਿਰ। ਤੋ ਥੈਂਕ ਯੂ ਸੋ ਮਚ। ਅੱਜ ਦਾ ਮੇਰਾ ਸੈਸ਼ਨ ਇੱਥੇ ਖਤਮ ਹੁੰਦਾ।